ਸਾਹਿਬ ਦੀ ਹਜ਼ੂਰੀ ਵਿੱਚ ਨਿਵਾਜੇ ਗੁਰੂ ਸੰਗਤ ਜੀਓ, ਤੁਸੀਂ ਭਾਈ ਸਾਹਿਬ ਕੋਲੋਂ ਹੁਣੇ ਗੁਰਬਾਣੀ ਦਾ ਗਾਇਨ ਸੁਣਿਆ, ਜਿਹਦੇ ਵਿੱਚ ਦੱਸਿਆ ਗਿਆ ਕਿ ਜਦ ਅਸੀਂ ਵਾਹਿਗੁਰੂ ਜੀ ਨੂੰ ਖੇਡ ਤੋਂ ਗਾਹਾਂ ਦੇ ਐਂਗਲ ਤੋਂ ਦੇਖਦੇ ਹਾਂ, ਫਿਰ ਅਸੀਂ ਸਾਵਣ ਆਪਣੀ ਲਾਈਫ ਵਿੱਚ ਲਿਆਉਣ ਦੀ ਉਮੀਦ ਰੱਖ ਸਕਦੇ ਹਾਂ। ਉਸ ਉਮੀਦ ਵਿੱਚ ਜਿੱਥੇ ਫਿਰ ਸਾਨੂੰ ਜੇ ਪਿਆਰਾ ਸਾਡੇ ਸੁਪਨੇ ਵਿੱਚ ਵੀ ਮਿਲ ਜਾਵੇ ਤਾਂ ਸਾਨੂੰ ਉਹਨੂੰ ਜਾਚਣ ਦੀ ਪਰਖ ਆ ਜਾਂਦੀ ਆ। ਇਸ ਪਰਖ ਨੂੰ ਅਸੀਂ ਵੀ ਆਪਣੀ ਲਾਈਫ ਵਿੱਚ ਲੋਚੀਏ ਅਤੇ ਆਪਣੀ ਸੁਰਤ ਵਿੱਚ ਇਹ ਗੱਲ ਲੈ ਕੇ ਆਈਏ ਕਿ ਮੈਂ ਆਪਣੇ ਪਿਆਰੇ ਨੂੰ ਆਪਣੀ ਸੁਰਤ ਵਿੱਚ ਕਿਵੇਂ ਲੈ ਕੇ ਆਉਣਾ। ਅਤੇ ਆਓ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਇੰਟਰਸਟਿੰਗ ਗੱਲ ਹੈ ਕਿ ਗੁਰੂ ਆਪਣੇ ਤਰੀਕਿਆਂ ਨਾਲ ਜੋ ਅੱਜ ਦਾ ਵਿਸ਼ਾ ਚੱਲ ਰਿਹਾ ਉਹਦੇ ਬਾਰੇ ਗੱਲ ਦੱਸਦਾ, ਅਤੇ ਮੈਂ ਉਹ ਸ਼ਬਦ ਜਦ ਸੁਣ ਰਿਹਾ ਸੀ, ਬਿਲਕੁਲ ਇਹੀ ਸਾਡੇ ਗੁਰਦੁਆਰਿਆਂ ਵਿੱਚ ਚੱਲ ਰਿਹਾ ਕਿ ਅਸੀਂ ਰਾਮ ਨੂੰ ਖਿਡੌਣਾ ਬਣਾਇਆ ਹੋਇਆ। ਇਹ ਸਾਡਾ ਭਰਮ ਬਣ ਗਏ ਨੇ। ਅਸੀਂ ਇਸੇ ਬਹਿਸ ਵਿੱਚ ਫਸੇ ਹੋਏ ਹਾਂ ਜਿਹਨੂੰ ਅਸੀਂ ਕਹਿੰਦੇ ਆਪਰੇਸ਼ਨਲ ਗੱਲਾਂ ਵਿੱਚ, ਕਿ ਲੰਗਰ ਕਿੱਦਾਂ ਦਾ ਬਣਨਾ ਅਤੇ ਕਾਰਪੇਟ ਦਾ ਕਲਰ ਕੀ ਹੋਣਾ। ਜਿਹੜਾ ਬਿਗਰ ਏਜੰਡਾ ਹੈਗਾ ਗੁਰਦੁਆਰਿਆਂ, ਜਿਹੜਾ ਪਹਿਲੇ ਸੈਸ਼ਨ 'ਚ ਕਵਰ ਕੀਤਾ ਸੀ ਕਿ ਇਸ਼ੂਜ਼ ਕੀ ਨੇ, ਹੁਣ ਮੈਂ ਉਹਦੇ ਸੋਲੂਸ਼ਨਸ ਵੱਲ ਜਾਣ ਦੀ ਕੋਸ਼ਿਸ਼ ਕਰਾਂਗਾ। ਬਿਗਰ ਏਜੰਡਾ ਇਹ ਹੈ ਕਿ ਗੁਰਦੁਆਰੇ ਵਿੱਚ ਕਿਹੜਾ ਐਕਸਪੀਰੀਅੰਸ ਦੇਣਾ, ਜਿਸ ਐਕਸਪੀਰੀਅੰਸ ਵਿੱਚ ਬੰਦਾ ਇੰਨਾ ਜ਼ਬਰਦਸਤ ਇੰਸਪਾਇਰ ਹੋ ਜਾਵੇ ਕਿ ਉਹ ਆਪੇ ਗੁਰੂ ਉਹਨੂੰ ਜਿਹੜੀ ਮਰਜ਼ੀ ਸੇਵਾ ਲਾਵੇ। ਉਹ ਐਕਸਪੀਰੀਅੰਸ ਕਿਵੇਂ ਪੈਦਾ ਕੀਤਾ ਜਾਵੇ, ਜਿਸ ਐਕਸਪੀਰੀਅੰਸ ਵਿੱਚ ਜਿਵੇਂ ਸੈਕਿੰਡ ਸ਼ਬਦ 'ਚ ਆਇਆ ਕਿ ਪਰਖ ਹੋ ਜਾਵੇ ਕਿ ਮੈਂ ਕਿਸ ਚੀਜ਼ ਦੇ ਪਿੱਛੇ ਹਾਂ। ਅਤੇ ਜਿਹੜਾ ਸਾਵਣ ਹੈਗਾ ਰੁੱਤ ਦੇ ਰੂਪ ਵਿੱਚ ਤਾਂ ਆ ਜਾਊਗਾ, ਬਟ ਸਾਨੂੰ ਮੋਰ ਫਿਰ ਵੀ ਨਹੀਂ ਸੁਣੋ, ਕਿਉਂਕਿ ਅਸੀਂ ਲੱਭ ਹੀ ਨਹੀਂ ਰਹੇ ਹੋ। ਫਿਰ ਸਾਨੂੰ ਜ਼ੂ ਵਿੱਚ ਜਾਣਾ ਪਊ ਉਹਨੂੰ ਦੇਖਣ ਲਈ। in the busy lifestyle we create times for artificial things more। ਜਿਹੜੀ ਲਾਈਫ ਦੀ ਨੀਡਸ ਨੇ, ਜਿਹੜੀ ਰੂਹ ਦੀ ਖੁਰਾਕ ਆ, ਜਿਹੜਾ ਐਕਚੁਅਲ ਗੁਰਦੁਆਰੇ ਦਾ ਪਰਪਸ ਆ, ਉਹ ਰੂਹ ਦੀ ਖੁਰਾਕ ਪੂਰੀ ਕਰਨੀ, ਉਹ ਪਿੱਛੇ ਰਹਿ ਗਈ ਹੈ। ਅਤੇ ਹੁਣ ਤਾਂ ਅੱਜ ਦਾ ਵਿਸ਼ਾ ਹੀ ਰੱਖਾਂਗੇ ਇਸ ਸੈਸ਼ਨ ਦਾ, ਜਿਹੜੀ ਅਗਲੀ ਸਲਾਈਡ ਵਿੱਚ ਆਊਟਲਾਈਨ ਹੈਗੀ ਕਿ ਗੁਰਦੁਆਰਾ ਵਰਡ ਦਾ ਮੀਨਿੰਗ ਕੀ ਆ, ਗੁਰਦੁਆਰੇ ਵਿੱਚ ਕੀ ਹੋਣਾ ਚਾਹੀਦਾ, ਗੁਰਦੁਆਰੇ ਵਿੱਚ ਕਿਹੜੀ ਖੁਰਾਕ ਮਿਲਣੀ ਚਾਹੀਦੀ, ਅਤੇ ਅੱਜ ਦੇ ਜਿਹੜੇ ਨਾਰਥ ਅਮਰੀਕਾ ਵਿੱਚ ਗੁਰਦੁਆਰੇ ਨੇ ਇਹਨਾਂ ਦੇ ਵਿੱਚ ਕੀ ਕੀਤਾ ਜਾਵੇ। ਅਤੇ ਗੁਰਦੁਆਰੇ ਦਾ ਪਰਪਸ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਗੁਰਦੁਆਰੇ ਦੀ ਮੈਨੇਜਮੈਂਟ ਦੇ ਝਗੜੇ ਜਿਹੜੇ ਨੇ ਉਹ ਖਤਮ ਨਹੀਂ ਹੋਣਗੇ। ਪਰਪਸ ਹੈਜ਼ ਟੂ ਬੀ ਵੈਰੀ ਕਲੀਅਰ ਕਿ ਕਿਉਂ ਅਸੀਂ ਗੁਰਦੁਆਰੇ ਆਉਣਾ, ਗੁਰਦੁਆਰੇ ਵਿੱਚ ਕਿਹੜਾ ਐਕਸਪੀਰੀਅੰਸ ਮਿਲਣਾ। ਦੈਟਸ ਵਾਟ ਆਈ ਵਾਂਟ ਟੂ ਫੋਕਸ ਔਨ। ਕਿਉਂਕਿ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ, ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਕਿ ਜਿਹੜਾ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਉਹ ਇੰਸਪਾਇਰਡ ਬੰਦਾ ਹੁੰਦਾ, ਉਹ ਇੰਸਪਾਇਰਡ ਸਿੱਖ ਹੁੰਦਾ। ਅਤੇ ਇੰਸਪਾਇਰਡ ਸਿੱਖ ਕੁਛ ਵੀ ਕਰ ਸਕਦਾ, ਉਹਦਾ ਤੇ ਤੁਸੀਂ ਤੇ ਮੈਂ ਅੰਦਾਜ਼ਾ ਨਹੀਂ ਲਾ ਸਕਦੇ। ਉਹਦੀ ਤਾਂ ਫਿਰ ਚਾਲ ਹੀ ਕੋਈ ਹੋਰ ਹੋ ਜੂਗੀ। ਜਿਵੇਂ ਗੁਰਬਾਣੀ ਚ ਆਇਆ ਨਾ, ਭਗਤਾਂ ਕੀ ਚਾਲ ਨਿਰਾਲੀ, then you and I will be guessing. In fact, we will mostly say wrong things about them। ਜਿਹੜਾ ਕਿ ਪਹਿਲੇ ਸ਼ਬਦ ਵਿੱਚ ਵੀ ਆ ਗਿਆ ਸੀ। ਕਬੀਰ ਜੀ ਨੇ ਆਪ ਹੀ ਲਿਖਤਾ ਕਿ ਲੋਕੀ ਤਾਂ ਕਹਿੰਦੇ I am gone crazy, ਬੋਰਾਨਾ। ਗੁਰੂ ਨਾਨਕ ਸਾਹਿਬ ਨੇ ਵੀ ਇਹੀ ਲਿਖਿਆ, ਕੋਈ ਆਖੇ ਭੂਤ ਨਾ ਕੋਈ ਬੇਤਾਲਾ, ਕਿਆ ਕਹੇ ਨਾਨਕ ਵਿਚਾਰਾ। ਕਹਿੰਦੇ ਲੋਕੀ ਤਾਂ ਮੈਨੂੰ ਕਹਿੰਦੇ ਇਹ ਤਾਂ ਭੂਤ ਪੈ ਗਿਆ ਇਹਨੂੰ, because he did not fit into the system। Actually that's what Sikhi is। we don't fit into a system, we are here to create new systems। ਮੈਨੂੰ ਆਮ ਤੌਰ 'ਤੇ ਕਹਿੰਦਾ ਸਿੱਖਾਂ ਦਾ ਹਿਸਟੋਰੀਕਲ ਰੋਲ ਇਹ ਰਿਹਾ ਕਿ ਗੁਰਦੁਆਰਿਆਂ ਵਿੱਚ ਇੰਨੀ ਇੰਸਪੀਰੇਸ਼ਨ ਉਹਨੂੰ ਮਿਲਦੀ ਸੀ, they were the trend setters, now we are the trend followers। this is the problem। simple line which we were setting new trends in South Asia। even when we landed in America 130 years ago, or if you go by more exact statistic maybe 110 years ago, ਇੱਥੇ ਵੀ ਅਸੀਂ ਨਵੇਂ ਟ੍ਰੈਂਡ ਸੈੱਟ ਕੀਤੇ ਸੀ ਆ ਕੇ। ਅਸੀਂ ਹੁਣ ਟ੍ਰੈਂਡ ਸੈਟਰਸ ਹੀ ਹੈ ਨਹੀਂ, ਹੁਣ ਅਸੀਂ ਹਰਡਸ ਬਣ ਗਏ, ਫੋਲੋਵਰਸ ਬਣ ਗਏ ਟ੍ਰੈਂਡਸ ਦੇ। ਦਿਸ ਇਜ਼ ਵਾਟ ਗੁਰਦੁਆਰਾ ਡਿਡ। ਇਟ ਕ੍ਰੀਏਟਡ ਜੋ ਅਸੀਂ ਕਹਿੰਦੇ ਨਾ ਅੱਜ ਕੱਲ੍ਹ ਦੇ ਲਫ਼ਜ਼ਾਂ ਵਿੱਚ ਕ੍ਰੀਏਟਿਵ ਐਕਸਾਈਟਮੈਂਟ ਪੈਦਾ ਹੁੰਦਾ ਸੀ ਗੁਰਦੁਆਰੇ ਵਿੱਚ। ਸੋ ਲੈਟਸ ਸਟਾਰਟ ਵਿਦ ਗੁਰਦੁਆਰੇ ਦੀ ਲਫ਼ਜ਼ੀ ਮੀਨਿੰਗ ਕੀ ਨੇ। ਲਫ਼ਜ਼ੀ ਮੀਨਿੰਗ ਵੱਲ ਜੇ ਅਸੀਂ ਦੇਖਦੇ ਹਾਂ, ਉਸ ਤੋਂ ਪਹਿਲਾਂ ਫਿਰ ਇਹ ਗੱਲ ਕਰ ਲਈ ਕਿ ਇਹ ਸਾਡੇ ਦਿਮਾਗਾਂ ਵਿੱਚ ਅੱਜ ਕੱਲ੍ਹ ਕੁਐਸਚਨ ਚੱਲ ਰਹੇ ਨੇ ਕਿ ਗੁਰਦੁਆਰੇ ਦੇ ਵਿੱਚ ਗ੍ਰੰਥੀ ਦਾ ਕੀ ਰੋਲ ਆ, ਗੁਰਦੁਆਰੇ ਵਿੱਚ ਇਫੈਕਟਿਵਲੀ ਕਿਵੇਂ ਅਸੀਂ ਕੰਮ ਕਰੀਏ। ਗੁਰਦੁਆਰੇ ਵਿੱਚ ਇਹ ਵੀ ਡਿਬੇਟ ਹੁੰਦੀ ਹੈ ਕਿ ਇੱਥੇ ਜੀ ਸਿਰਫ ਕੀਰਤਨ ਤੇ ਕਥਾ ਹੀ ਹੋਵੇ ਕਿ ਕੁਝ ਹੋਰ ਵੀ ਹੋਣਾ ਚਾਹੀਦਾ। ਦੀਜ਼ ਆਰ ਲੈਜਿਟਿਮੇਟ ਕੁਐਸਚਨਸ, ਬਟ ਇਹਦੇ ਆਨਸਰ ਸਾਨੂੰ ਲੱਭਣੇ ਪੈਣੇ ਜਾ ਕੇ। ਕਿ ਜਦ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਇਹ ਕੰਮ, ਉਸ ਵੇਲੇ ਕੀ ਹੁੰਦਾ ਸੀ ਗੁਰਦੁਆਰੇ 'ਚ? ਕਿ ਉੱਥੇ ਸਿਰਫ ਸਿਮਰਨ ਹੀ ਕਰਾਇਆ ਜਾਂਦਾ ਸੀ, ਜਾਂ ਉੱਥੇ ਸਿਰਫ ਜਿਹੜੇ ਆਲਰੇਡੀ ਰੱਜੇ ਪੁੱਜੇ ਉਹਨਾਂ ਨੂੰ ਹੀ ਲੰਗਰ ਸਿਖਾਇਆ ਜਾਂਦਾ ਸੀ?
ਵੀ ਹੈਵ ਟੂ ਸਟਾਰਟ ਥਿੰਕਿੰਗ ਥੀਸ ਥਿੰਗਸ। ਜੇ ਤੁਸੀਂ ਇਹ ਚੀਜ਼ਾਂ ਨਹੀਂ ਸੋਚੋਗੇ ਫਿਰ ਸਾਨੂੰ ਰਿਵਾਈਵਲ ਜਿਹੜਾ ਗੁਰਦੁਆਰੇ ਦਾ ਉਹ ਪੈਦਾ ਨਹੀਂ ਹੋ ਸਕਦਾ। ਤੇ ਰਿਵਾਈਵਲ ਜੇ ਪੈਦਾ ਹੋਊਗਾ ਕਿਸੇ ਵੀ ਚੀਜ਼ ਵਿੱਚ, ਜਦ ਕੋਈ ਚੇਂਜ ਆਉਂਦਾ ਬੰਦੇ ਦੇ ਵਿੱਚ ਹਲਚਲ ਬੜੀ ਹੁੰਦੀ ਹੈ। ਹਲਚਲ ਦੇ ਵਿੱਚ ਇੱਕ ਐਂਗਜ਼ਾਇਟੀ ਵੀ ਹੁੰਦੀ ਆ, ਇੱਕ ਪਰੇਸ਼ਾਨੀ ਵੀ ਹੁੰਦੀ ਆ। ਫਿਜ਼ੀਕਲ ਲੈਵਲ ਤੇ ਵੀ ਐਕਸਰਸਾਈਜ਼ ਕਰਨ ਜਾਓ ਨਾ, ਉਹ ਕਹਿੰਦੇ ਆ ਨੋ ਪੇਨ ਨੋ ਗੇਨ, ਰਾਈਟ। ਕੋਈ ਵੀ ਚੀਜ਼ ਦੀ ਗਰੋਥ ਦੇ ਲਈ ਪੇਨ ਬਹੁਤ ਹੁੰਦਾ, ਫਿਜ਼ੀਕਲ ਤੇ ਮੈਂਟਲ ਪਲੇਨ ਸਪੈਸ਼ਲੀ, ਤੇ ਕਈ ਵਾਰ ਜਿਹਨੂੰ ਕਹਿੰਦੇ ਫਾਈਨੈਂਸ਼ੀਅਲ ਪੇਨ ਵੀ ਹੁੰਦਾ ਉਹਦੇ ਲਈ। ਬਟ ਦੈਟਸ ਹਾਊ ਦ ਗਰੋਥ ਅਕਰਸ। ਤੇ ਸਿੱਖਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਗਰੋਥ ਹੁੰਦੀ ਸੀ। ਗੁਰਦੁਆਰੇ ਕੀ ਕਰਦੇ ਸੀ, ਐਂਡ ਲੈਟਸ ਗੈਟ ਇਨਟੂ ਦੈਟ ਅ ਬਿਟ ਇਫ ਯੂ ਕੈਨ ਕੀਪ ਚੇਂਜਿੰਗ ਸਲਾਈਡਸ ਬਿਫੋਰ ਆਈ ਆਸਕ ਐਵਰੀ ਫਿਊ ਮਿੰਟਸ। ਸੋ ਗੁਰਦੁਆਰੇ ਦਾ ਲਫ਼ਜ਼ੀ ਮੀਨਿੰਗ ਪਹਿਲਾਂ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਰਡ ਕਿਵੇਂ ਆ ਰਿਹਾ। ਇਹ ਐਜ਼ ਏ ਨਾਊਨ ਐਂਡ ਐਜ਼ ਏ ਐਡਵਰਬ ਆਊਗਾ। ਇਹਦਾ ਕਹਿਣ ਦਾ ਭਾਵ ਇਹ ਆ ਕਿ ਅਸੀਂ ਆਮ ਤੌਰ ਨਾਲ ਅੱਜ ਕੱਲ੍ਹ ਗੁਰਦੁਆਰਿਆਂ ਨੂੰ ਕਹਿਣ ਲੱਗੇ ਹਾਂ ਗੁਰੂ ਘਰ। ਥੋੜਾ ਜਿਹਾ ਇਸ ਤੋਂ ਸੰਕੋਚਣਾ ਪੈਣਾ, ਕਿਉਂਕਿ ਗੁਰਬਾਣੀ ਵਿੱਚ ਬੜੀ ਕਲੀਅਰ ਹੈ ਗੱਲ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਗੁਰੂ ਗਿਆ ਉਹ ਤਾਂ ਗੁਰੂ ਘਰ ਉਹ ਹੈਗਾ। ਗੁਰੂ ਡਜ਼ ਨਾਟ ਲਿਵ ਹੇਅਰ ਫਿਜ਼ੀਕਲੀ ਸਪੀਕਿੰਗ। ਇਹ ਲਫ਼ਜ਼ਾਂ ਵਿੱਚ ਅਸੀਂ ਦੇਖਾਂਗੇ ਤੇ ਇੱਥੇ ਤੁਹਾਨੂੰ ਦਿਖੂਗਾ ਕਿ ਪਹਿਲੀ ਗੱਲ ਕਿ ਗੁਰਦੁਆਰ ਵਰਡ ਆਉਂਦਾ ਐੜੇ ਦੇ ਨਾਲ, ਵੱਬੇ ਨਾਲ ਕਿਤੇ ਨਹੀਂ ਆਇਆ ਗੁਰਬਾਣੀ 'ਚ। ਅਸੀਂ ਜਦ ਇੰਗਲਿਸ਼ 'ਚ ਲਿਖਦੇ ਹਾਂ ਤੇ W ਜਾਂ V ਦੇ ਨਾਲ ਲਿਖਣਾ ਸ਼ੁਰੂ ਕਰਤਾ ਹੈਗਾ। ਦੈਟਸ ਰੋਂਗ ਵੇ ਟੂ ਡੂ ਇਟ। ਗੁਰਬਾਣੀ ਵਿੱਚ ਹਰ ਥਾਂ ਐੜੇ ਦੇ ਨਾਲ ਆਇਆ ਤੇ ਦੁਆਰਾ ਦਾ ਮਤਲਬ ਹੁੰਦਾ ਥਰੂ ਔਰ ਬਾਏ ਔਰ ਵੀਆ, ਕਿ ਕਿਸੇ ਦੇ ਦੁਆਰਾ ਕੋਈ ਕੰਮ ਹੋਣਾ। ਹੁਣ ਜਦ ਰਾਰੇ ਨੂੰ ਸਿਹਾਰੀ ਲੱਗ ਗਈ ਇਹਦਾ ਮਤਲਬ ਕਿ ਗੁਰੂ ਦੇ ਦੁਆਰਾ ਇਹ ਹੋਣਾ। ਜੇ ਰਾਰੇ ਨੂੰ ਦੁਲਾਵਾਂ ਲੱਗ ਗਈਆਂ, ਐਨੀਵੇ ਵਿਦਆਊਟ ਗੈਟਿੰਗ ਇਨਟੂ ਗ੍ਰਾਮਰ ਟੂ ਮਚ, ਸਿੰਪਲ ਆਈਡੀਆ ਇਹ ਹੈ ਇਸ ਸਲਾਈਡ ਦੇ ਵਿੱਚ ਤੇ ਅਗਲੀ ਸਲਾਈਡ ਦੇ ਵਿੱਚ ਕਿ ਗੁਰੂਦੁਆਰ ਦਾ ਮਤਲਬ ਹੈ ਜਿੱਥੇ ਗੁਰੂ ਦੇ ਦੁਆਰਾ ਕੰਮ ਹੋ ਰਹੇ ਨੇ, ਜਿਹਦੇ ਬਾਰੇ ਬੜੀ ਐਕਸਪਲਿਸਿਟ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਈ। ਸਿੱਧੇ ਸਿੱਧੇ ਲਫ਼ਜ਼ਾਂ ਵਿੱਚ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਬਾਕੀ ਹੋਰ ਲਾਈਨ ਅਸੀਂ ਸਲਾਈਡ ਤੇ ਦੇਖ ਸਕਦੇ ਹੋ ਕਿ ਜਦ ਕੋਈ ਗੁਰੂ ਦੇ ਦੁਆਰੇ ਹੁੰਦਾ ਉਹਦਾ ਇੱਕੋ ਇੱਕ ਮਕਸਦ ਹੈ ਕਿ ਲਾਈਫ ਦੀਆਂ ਇਨਸਾਈਟਸ ਨੂੰ ਗੇਨ ਕਰਨਾ, ਜ਼ਿੰਦਗੀ ਦੀਆਂ ਹਰ ਡਿਮੈਂਸ਼ਨ ਦੇ ਵਿੱਚ ਆਪਣੇ ਆਪ ਨੂੰ ਡਿਵੈਲਪ ਕਰਨਾ। ਜੇ ਇਹ ਲੈਣ ਅਸੀਂ ਆ ਰਹੇ ਹਾਂ ਤਾਂ ਸ਼ਾਇਦ ਸਾਨੂੰ ਮਿਲ ਵੀ ਜਾਓ, ਤੇ ਜੇ ਇਹ ਨਹੀਂ ਦਿੱਤਾ ਜਾ ਰਿਹਾ ਤਾਂ ਸ਼ਾਇਦ ਉਹ ਗੁਰਦੁਆਰਾ ਹੈ ਨਹੀਂ। ਇਹ ਦੋ ਹੀ ਆਪਸ਼ਨਸ ਨੇ। ਸੋ ਇਹ ਸਿਰਫ ਉਹਨਾਂ ਦੀ ਪ੍ਰੋਬਲਮ ਨਹੀਂ ਹੈ ਕਿ ਜਿਹੜੇ ਗੁਰਦੁਆਰਿਆਂ ਨੂੰ ਚਲਾ ਰਹੇ ਨੇ, ਇਹ ਜ਼ਿਆਦਾ ਪ੍ਰੋਬਲਮ ਉਹਨਾਂ ਦੀ ਹੈ ਜਿਹੜੇ ਇੱਥੇ ਲੈਣ ਆ ਰਹੇ ਨੇ ਕੁਝ। ਤੁਸੀਂ ਲਾਈਫ ਦੀਆਂ ਇਨਸਾਈਟਸ ਲੈਣ ਇੱਥੇ ਆ ਰਹੇ ਹੋ। ਗੁਰਬਾਣੀ ਵਿੱਚ ਤਾਂ ਬੜਾ ਕਲੀਅਰਲੀ ਦੱਸਿਆ ਕਿ ਗੁਰੂ ਦਾ ਰੋਲ ਹੈਗਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਇਜ਼ ਨਾਟ ਅ ਮੈਜੀਸ਼ੀਅਨ, ਗੁਰੂ ਇਜ਼ ਨਾਟ ਟੂ ਸ਼ੋ ਯੂ ਮੈਜਿਕ ਹੇਅਰ। ਗੁਰਬਾਣੀ ਦੇ ਮੁਤਾਬਿਕ ਗੁਰੂ ਇਜ਼ ਹੇਅਰ ਟੂ ਚੇਂਜ ਯੋਰ ਲਾਈਫ। ਸੋ ਅਸੀਂ ਗੁਰਦੁਆਰੇ ਚੀਜ਼ਾਂ ਲੈਣ ਆਉਂਦੇ ਹਾਂ। ਗੁਰਦੁਆਰਾ ਇੱਥੋਂ ਸ਼ੁਰੂ ਹੋਇਆ ਸੀ। ਗੁਰੂ ਨਾਨਕ ਸਾਹਿਬ ਵੇਲੇ ਭਾਈ ਗੁਰਦਾਸ ਨੇ ਲਿਖਿਆ, ਵਰਡ ਹੁੰਦਾ ਸੀ ਉਸ ਵੇਲੇ ਧਰਮਸਾਲ। ਧਰਮਸਾਲ ਇਜ਼ ਜਿੱਥੇ ਵੀ ਗੁਰੂ ਸਾਹਿਬ ਗਏ, ਜਿੱਥੇ ਉਹਨਾਂ ਨੇ ਆਪਾਂ ਕਹਿੰਦੇ ਆ ਸੰਗਤ ਕਾਇਮ ਕੀਤੀ, ਕਮਿਊਨਿਟੀ ਇੱਕ ਸੈਂਟਰ ਬਣਾਤਾ, ਕਮਿਊਨਿਟੀ ਦਾ ਹਬ ਕ੍ਰੀਏਟ ਕਰਤਾ। ਉੱਥੇ ਭਾਈ ਗੁਰਦਾਸ ਨੇ ਲਿਖਿਆ, ਬੰਦਿਆਂ ਦੇ ਨਾਮ ਵੀ ਦਿੱਤੇ ਨੇ ਕਿੱਥੇ ਕਿੱਥੇ ਧਰਮਸਾਲ ਖੁੱਲੀ। ਧਰਮਸਾਲ ਨੂੰ ਇਵੈਂਚੁਅਲੀ ਅਸੀਂ ਗੁਰਦੁਆਰਾ ਕਹਿਣਾ ਸ਼ੁਰੂ ਕਰਤਾ। Why did he create so many ਸੰਗਤਸ? Did he create ਸੰਗਤਸ based on size or based on ਕਿ ਇੱਥੇ ਹੁਣ ਦੋ ਪ੍ਰਧਾਨ ਨਹੀਂ ਰਹਿ ਸਕਦੇ? ਸੋਚਣਾ ਪਊਗਾ ਗੱਲਾਂ ਹੋ ਰਿਹਾ। ਗੁਰੂ ਨਾਨਕ ਸਾਹਿਬ ਦੇ ਵੇਲੇ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਗੁਰਦੁਆਰੇ ਉਹਨਾਂ ਨੇ ਬੜੇ ਬਣਾਏ। ਕਿਉਂ? ਕਿਉਂਕਿ ਲਰਨਿੰਗ ਓਨਲੀ ਅਕਰਸ ਇਨ ਸਮਾਲ ਗਰੁੱਪਸ। ਅੱਜ ਕੱਲ੍ਹ ਸਾਡਾ ਨਾ ਜਿਵੇਂ ਇੱਥੇ ਮੈਗਾ ਚਰਚਸ ਬਣ ਰਹੀਆਂ ਨੇ ਵੈਸਟ ਵਿੱਚ, ਸਿੱਖਾਂ ਦਾ ਵੀ ਉਹ ਹੰਸਾ ਦੇਖ ਤਰਨਦੇ ਆ, ਬੱਗਾ ਵੀ ਆਇਆ, ਚਾਹ ਬੜੀ ਗੱਲ ਆ। ਅਸੀਂ ਵੀ ਦੇਖਾ ਦੇਖੀ ਆਪਾਂ ਵੀ ਮੈਗਾ ਗੁਰਦੁਆਰੇ ਸ਼ੁਰੂ ਕਰ ਦਿੰਦੇ। ਚੜਾਵਾ ਬਹੁਤ ਆਊਗਾ ਜੀ, ਇਸ ਤਰ੍ਹਾਂ ਦੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਕੋਈ ਹਿਸਟੋਰੀਕਲ ਗੁਰਦੁਆਰਾ ਵੱਡਾ ਨਹੀਂ ਆ ਕਿਸੇ ਵੀ ਗੁਰੂ ਸਾਹਿਬ ਨੇ ਜਿਹੜਾ ਵੀ ਬਣਾਇਆ। ਤੁਸੀਂ ਜਾ ਗਏ ਹੋਵੋਗੇ ਕਈਆਂ ਪੰਜਾਬ ਵਿੱਚ ਜਾਂ ਹੋਰ ਥਾਵਾਂ ਤੇ। No hall is a big hall, and you know that if you send your kids to private academies, the learning, the teacher ਤੇ ਜਿਹੜਾ student ratio ਹੈ ਜਿੰਨਾ ਘੱਟ ਹੁੰਦਾ, learning ਉਨੀ better ਹੁੰਦੀ ਆ। ਇਸ ਕਰਕੇ ਗੁਰਦੁਆਰਾ ਬਣਾਇਆ ਜਾਂਦਾ ਸੀ ਸੰਗਤੀ ਰੂਪ ਵਿੱਚ ਛੋਟਾ, ਤੇ ਜਦ ਵੱਡੇ ਲੈਵਲ ਤੇ ਇਕੱਠੇ ਹੋਈਦਾ ਸੀ ਉਹਨੂੰ ਕਿਹਾ ਜਾਂਦਾ ਸੀ ਜੋੜ ਮੇਲਾ। ਸਾਲ ਵਿੱਚ ਦੋ ਵਾਰੀ, ਇੱਕ ਵਿਸਾਖੀ ਵੇਲੇ, ਇੱਕ ਦਿਵਾਲੀ ਵੇਲੇ, that all the ਸੰਗਤ should come together and now they deliberate and talk about other issues and have celebrations. ਹੁਣ ਸਾਡੀ celebrations ਕਾਇਮ ਨੇ। It's like going to a school ਜਿੱਥੇ ਹਰ ਵੇਲੇ ਕੋਈ ceremony ਹੋ ਰਹੀ ਹੈ but teaching ਹੋ ਹੀ ਨਹੀਂ ਰਹੀ। Just imagine, will you send your kid to a school ਜਿੱਥੇ celebration ਹੁੰਦੀ ਹੈ but teaching ਹੁੰਦੀ ਨਹੀਂ? ਤੁਸੀਂ ਕਹੋਗੇ ਯਾਰ ਇਹ ਤਾਂ ਸਕੂਲ ਨਹੀਂ, ਕੋਈ ਹੋਰ ਲੱਭੋ। ਗੁਰਦੁਆਰੇ ਦੇ ਵਿੱਚ ਲਗਾਤਾਰ ਟੀਚਿੰਗ ਚਾਹੀਦੀ ਹੈ ਹਰ ਚੀਜ਼ ਦੀ, and we'll get into ਕਿਹੜੀ ਚੀਜ਼ ਦੀ।
ਤੇ ਸਿੱਖਾਂ ਦੀ ਸਾਈਕੀ ਵਿੱਚ ਬੜਾ ਕਲੀਅਰ ਸੀਗਾ ਕਿ ਜੇ ਉਹਨਾਂ ਦਾ ਗੁਰਦੁਆਰਾ ਫ੍ਰੀ ਆ ਤੇ ਉਹ ਵੀ ਫ੍ਰੀ ਨੇ। I dwelled on this in an earlier session quite a bit, so I'll won't do too much on there, but the basic idea ਸੀ ਕਿ ਜੇ ਸਾਡੇ ਗੁਰਦੁਆਰੇ, ਕਿਉਂਕਿ ਸਾਨੂੰ ਟੀਚਿੰਗ ਉੱਥੋਂ ਹੁੰਦੀ ਸੀ, ਜਿੱਥੋਂ ਪੜ੍ਹਾਇਆ ਜਾ ਰਿਹਾ, ਜੇ ਉਹ ਥਾਂ ਸੁਤੰਤਰ ਨਹੀਂ ਆ, ਜੇ ਉਹ ਠੀਕ ਤਰੀਕੇ ਨਾਲ ਆਜ਼ਾਦ ਰੂਪ ਵਿੱਚ ਸਾਨੂੰ ਸਿਖਾ ਨਹੀਂ ਰਹੇ, ਤਾਂ ਅਸੀਂ ਕਿੱਥੋਂ ਹੋ ਜਾਵਾਂਗੇ? ਫਿਰ ਅਸੀਂ ਵੀ ਪਿਪਲੀਆਂ ਦੀਆਂ ਸੁਰਤਾਂ ਵਿੱਚ ਰਹਾਂਗੇ, ਛੋਟੀ ਸੁਰਤ ਵਾਲੀਆਂ ਗੱਲਾਂ ਵਿੱਚ ਰਹਾਂਗੇ, ਕਿਉਂਕਿ ਸਾਡੀ ਟੀਚਿੰਗ ਨਹੀਂ ਹੋ ਰਹੀ, ਸਾਡੀ ਟ੍ਰੇਨਿੰਗ ਨਹੀਂ ਹੋ ਰਹੀ। ਗੁਰਦੁਆਰਾ ਇਜ਼ ਅ ਟ੍ਰੇਨਿੰਗ ਗਰਾਊਂਡ। 239 years of training gurus did themselves. It's not a small time. ਤੇ ਉਹਨਾਂ ਨੇ ਲਗਾਤਾਰ ਕੇਸਗੜ੍ਹ ਸਾਹਿਬ ਵੀ ਜਦ ਬਣਾਇਆ, ਤੁਸੀਂ ਦੇਖੋ ਅੰਦਰ ਕਿੰਨਾ ਛੋਟਾ। We'll get into the architecture and other things a little later, but most important thing is ਕਿ ਗੁਰਦੁਆਰੇ ਹੁੰਦੇ ਨੇ ਛੋਟੇ ਸਾਈਜ਼ ਦੇ ਵਿੱਚ। ਐਕਸਪੈਂਸ਼ਨਸ ਜੇ ਕਰਨੀਆਂ ਨੇ, ਸੰਗਤ ਦੀ ਐਕਸਪੈਂਸ਼ਨ ਦੀ ਥਾਂ ਜ਼ਿਆਦਾ ਇਹ ਸੋਚਣਾ ਚਾਹੀਦਾ ਕਿ ਸਰਵਿਸਿਜ਼ ਦੀ ਐਕਸਪੈਂਸ਼ਨ ਕਿੰਨੀ ਹੋ ਰਹੀ ਹੈ। This is what gurus did. This is what our history is. ਤੇ ਜਦ ਗੁਰਦੁਆਰਾ ਬਣਾਇਆ ਜਾਂਦਾ ਸੀ, ਸਾਰਿਆਂ ਨੂੰ ਕਲੀਅਰ ਰੱਖਣ ਲਈ ਕਿ ਇੱਥੇ ਕਿਸੇ ਬੰਦੇ ਦਾ ਜਾਂ ਕਿਸੇ ਇੱਕ ਫੈਮਿਲੀ ਦਾ ਜਾਂ ਕਿਸੇ ਟ੍ਰਾਈਬ ਦਾ ਨਹੀਂ ਰੂਲ ਆ, ਇੱਥੇ ਗੁਰੂ ਦਾ ਰੂਲ ਚੱਲੂਗਾ। ਇਸ ਕਰਕੇ ਉੱਥੇ ਨਿਸ਼ਾਨ ਸਾਹਿਬ ਲਾਇਆ ਜਾਂਦਾ ਸੀ। Why do people put flags outside embassies even? Because even if embassy is in some foreign land, the law of that land does not apply. ਨਿਸ਼ਾਨ ਸਾਹਿਬ ਦਾ ਬੇਸਿਕ ਪਰਪਸ ਇਹ ਸੀ। ਅੱਜ ਕੱਲ੍ਹ ਅਸੀਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਲੱਗੇ, just like other things. ਮੱਥਾ ਟੇਕਣਾ ਪਰਪਸ ਨਹੀਂ ਸੀ ਉਹਦਾ। It was to establish no one's rule applies here except the Gurus. ਅਸੀਂ ਆਪਣੇ ਆਪ ਇਵੈਲੂਏਟ ਕਰ ਲਈ ਕਿੱਥੇ ਖੜੇ ਹਾਂ ਅਸੀਂ ਨਿਸ਼ਾਨ ਸਾਹਿਬ ਦੇ ਐਂਗਲ ਤੋਂ ਵੀ। ਬੇਸਿਕਲੀ ਜੇ ਅਸੀਂ ਕਿਸੇ ਚੀਜ਼ ਨੂੰ ਵਰਸ਼ਿਪ ਵਿੱਚ ਕਨਵਰਟ ਕਰ ਦਿੰਦੇ ਹਾਂ ਨਾ, ਅਸੀਂ ਉਸ ਚੀਜ਼ ਦੀ ਆਈਡਲਾਈਜੇਸ਼ਨ ਸ਼ੁਰੂ ਕਰਦੇ ਹਾਂ, ਉਹਦੇ ਚੋਂ ਸਿੱਖਣਾ ਬੰਦ ਕਰ ਦਿੰਦੇ ਹਾਂ। ਜਿਵੇਂ ਕੋਈ ਪਿਕਚਰ ਲਾ ਦੀ ਨਾ ਬੋਰਡ ਤੇ, ਟੀ-ਸ਼ਰਟਾਂ ਤੇ ਅਸੀਂ ਛੇ ਗੁਵੇਰਾ ਪੂਰੀ ਦੁਨੀਆ ਪਾ ਰਹੀ ਆ, ਮੈਂ ਕਈਆਂ ਨੂੰ ਰੁਕ ਕੇ ਪੁੱਛਦਾ, ਕੈਨ ਯੂ ਟੈਲ ਮੀ ਸਮਥਿੰਗ ਅਬਾਊਟ ਛੇ ਗੁਵੇਰਾ? ਉਹ ਮੇਰੇ ਕੋਲ ਦੇਖਣ ਲੱਗ ਜਾਂਦੇ ਨੇ। ਅਸੀਂ ਵੀ ਇਹੀ ਕਰਦੇ ਹਾਂ, ਆਪਣੇ ਹੀਰੋਜ਼ ਦੀ ਟੀ-ਸ਼ਰਟਾਂ ਤੇ ਕੈਲੰਡਰ ਬਣਾ ਲੈਂਦੇ ਹਾਂ, ਕੁਛ ਨਹੀਂ ਯਾਦ ਰਹਿੰਦਾ ਕਿ ਉਹ ਹੀਰੋ ਨੇ ਕੀਤਾ ਕੀ ਸੀ, ਕਿਹੜੀ ਘਾਲਣਾ ਉਹਨੇ ਕਰਦੀ ਸੀ। ਬਾਬਾ ਦੀਪ ਸਿੰਘ ਨੇ ਖੰਡਾ ਖੜਕਾਇਆ ਸਾਰਿਆਂ ਨੂੰ ਯਾਦ ਆ, ਬਟ 25 ਸਾਲ ਦੀ ਉਮਰ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਏ ਤੇ ਉਹਨਾਂ ਨੇ ਜਿਹੜਾ ਲਿਟਰਰੀ ਟ੍ਰੈਡੀਸ਼ਨ ਸ਼ੁਰੂ ਕੀਤਾ, ਉਹ ਕਿਸੇ ਨੂੰ ਯਾਦ ਨਹੀਂ। From 25 to 84 he was a literary man. 84 ਤੇ ਜਦ ਪੰਥ ਨੂੰ ਲੋੜ ਪਈ, ਫਿਰ ਖੰਡਾ ਵੀ ਖੜਕਾਇਆ। ਇਹ ਸਤਿੰਦਰ ਸਰਤਾਜ ਦਾ ਸੌਂਗ ਇੱਥੋਂ ਦੇਖੋ ਕਿੱਥੋਂ ਆ ਰਿਹਾ, ਜਦੋਂ ਕਹਿੰਦਾ ਪਹਿਲਾ ਵਾਰ ਕਰਨ ਨਾਲ ਪਿੱਛੋਂ ਵਾਰ ਖੰਡੇ ਨਾਲ। ਇਹ ਦੋਨੋਂ ਕੰਮ ਬਾਬਾ ਦੀਪ ਸਿੰਘ ਨੇ ਕਰਕੇ ਦਿਖਾਏ ਨੇ ਆਪ। ਸੋ ਅਸੀਂ ਐਂਡ ਪ੍ਰੋਡਕਟ ਨਾ ਦੇਖੀਏ ਇਕੱਲਾ, ਪਿੱਛੇ ਦੇਖੀਏ ਸ਼ੁਰੂ ਕਿਵੇਂ ਹੋ ਰਹੀ ਉਹ ਟ੍ਰੇਨਿੰਗ। ਉਹ ਟ੍ਰੇਨਿੰਗ ਦੇ ਵਿੱਚ ਫਿਰ ਗੁਰਦੁਆਰਿਆਂ 'ਚ ਹੁੰਦੀ ਸੀ। ਗੁਰਦੁਆਰਿਆਂ ਵਿੱਚ 4-5 ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ। ਨਿਸ਼ਾਨ ਸਾਹਿਬ ਦਾ ਪਰਪਸ ਹੀ ਇਹ ਸੀ। ਨਗਾੜੇ ਖਤਮ ਹੋ ਗਏ ਸਾਡੇ ਗੁਰਦੁਆਰਿਆਂ 'ਚ। ਆਈ ਰਿਮੈਂਬਰ ਨਾਨਕੇ ਜਾਣਾ ਸੀ, ਛੋਟੇ ਹੁੰਦੇ ਜਾਈਦਾ ਹੁੰਦਾ ਸੀ ਪੰਜਾਬ ਵਿੱਚ। ਆਈ ਯੂਜ਼ਡ ਟੂ ਗੋ ਟੂ ਮੁੱਲਾਪੁਰ ਦਾਖਾ ਏਰੀਆ ਜਿਹੜਾ, ਤੇ ਉੱਥੇ ਮੈਂ ਪਹਿਲੀ ਵਾਰ ਚਲ ਗਿਆ, ਮੈਂ ਤਾਂ ਘਬਰਾ ਗਿਆ ਜਦ ਨਗਾਰਾ ਵੱਜਿਆ, ਕਿਉਂਕਿ ਕਦੇ ਸੁਣਿਆ ਨਹੀਂ ਹੁੰਦਾ ਵੀ ਲਾਈਕ ਵਾਟ ਦ ਹੈਕ ਇਜ਼ ਦਿਸ। ਬਟ ਯੂ ਨੋ ਦ ਸਿੰਬਲਿਜ਼ਮ ਇਜ਼ ਦਿਸ। ਨਗਾੜਾ ਸਾਊਥ ਏਸ਼ੀਆ ਵਿੱਚ ਜਿਹੜਾ ਇੰਡੀਪੈਂਡੈਂਟ ਬੰਦਾ ਹੁੰਦਾ ਸੀ ਉਹ ਵਜਾ ਸਕਦਾ ਸੀ, ਕੁਝ ਜਦ ਐਲਾਨ ਕਰਨਾ ਹੁੰਦਾ ਸੀ। ਨਗਾੜਾ ਅਰਦਾਸ ਦੇ ਐਂਡ ਤੇ ਕਿਉਂ ਵਜਾਇਆ ਜਾਂਦਾ? ਕਿ ਇਸ ਤੋਂ ਬਾਅਦ ਹੁਣ ਹੁਕਮ ਆ ਰਿਹਾ, ਗੁਰੂ ਦਾ ਐਲਾਨ ਆਉਣ ਵਾਲਾ। ਸੋ ਜੇ ਹੁਣ ਤੱਕ ਕੁਝ ਨਹੀਂ ਸੁਣਿਆ, ਹੁਣ ਟੈਨਸ਼ਨ ਲੈ ਕੇ ਇਹ ਜ਼ਰੂਰ ਸੁਣ ਲਿਓ, ਬਿਕਾਜ਼ ਹੁਕਮ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਤੇ ਮੋਸਟਲੀ ਸਾਡੇ ਗੁਰਦੁਆਰਿਆਂ ਵਿੱਚ ਉਹੀ ਇਗਨੋਰ ਹੋ ਰਿਹਾ। ਜੇ ਗੁਰੂ ਦਾ ਹੁਕਮ ਸੁਣਿਆ ਹੀ ਨਹੀਂ ਤੇ ਸਮਝਣ ਦੀ ਤਾਂ ਨੈਕਸਟ ਸਟੈਪ ਹੁੰਦੀ ਹੈ ਤੇ ਆਪਣੀ ਲਾਈਫ ਵਿੱਚ ਕਿਵੇਂ ਲੈ ਕੇ ਆਵਾਂਗੇ। This is why Nagada was there. It was declaration. Nagade ਸਾਰੇ ਨਹੀਂ ਵਜਾ ਸਕਦੇ ਸੀ। Nagara was ਕਿ ਸੁਤੰਤਰ ਬੰਦਾ, independent sovereigns used to play it before they issued a command. Sikhs brought it into their Gurdwara. ਕਿ ਭਾਈ ਉਸ ਤੋਂ ਪਹਿਲਾਂ ਠੀਕ ਹੈ, ਜੇ ਆ ਸਕਦੇ ਹੋ ਆਓ, ਸੁਣ ਸਕਦੇ ਹੋ ਸੁਣੋ। ਜਿਹੜਾ ਵੀ ਕੋਈ ਸੇਵਾ ਕਰ ਰਿਹਾ, ਕਲਾਸ ਪੜ੍ਹਾ ਰਿਹਾ, ਜੋ ਵੀ ਕੁਝ ਕਰ ਰਿਹਾ, ਬਟ ਹੁਣ ਜ਼ਰੂਰ ਸੁਣ ਲਓ ਗੱਲ। This is the most important part coming. This is how serious we were about the ਹੁਕਮ। ਅਰਦਾਸ ਤੋਂ ਉਪਰੰਤ ਚੰਦੋਆ, ਚੌਰ ਸਾਹਿਬ, ਇਹਦਾ ਵੀ ਇਹੀ ਪਰਪਸ ਸੀ। ਬੜੀਆਂ ਇੰਨੀਆਂ ਗੱਲਾਂ ਬਣਾਈਆਂ ਲੋਕਾਂ ਨੇ। ਪਲੀਜ਼ ਡੋਂਟ ਕ੍ਰੀਏਟ ਯੂਟਿਲਿਟੇਰੀਅਨ ਰੀਜ਼ਨਸ ਇਹਨਾਂ ਦੇ। ਕੋਈ ਕਹਿੰਦਾ ਜੀ ਮੱਖੀ ਉਡਾਉਣ ਲਈ ਹੈ, ਕੋਈ ਕਹਿੰਦਾ ਛਿਪਕਲੀ ਰੋਕਣ ਲਈ, ਪਤਾ ਨਹੀਂ ਕੀ ਕੀ ਗੱਲਾਂ ਬਣਾਈ ਜਾ ਰਹੇ ਹਾਂ ਅਸੀਂ ਕਹਿੰਦੇ ਹਾਂ ਇਹ ਸੱਚਾ ਪਾਤਸ਼ਾਹ। ਅਸੀਂ ਕਹਿੰਦੇ ਇਹ ਥਾਂ ਹੈ ਦੀਵਾਨ। ਦੀਵਾਨ ਇਜ਼ ਅ ਕੋਰਟ। ਤੁਸੀਂ ਹੁਣ ਵੀ ਕੁਈਨ ਆਫ ਇੰਗਲੈਂਡ ਕਿਤੇ ਜਾਂਦੀ ਹੋਵੇ, ਦੇਖਿਓ ਉਹਦੇ ਉੱਪਰ ਕੈਨਪੀ ਹੁੰਦੀ ਆ ਤੇ ਉਹਦੇ ਨਾਲ ਇੱਕ ਅਟੈਂਡੈਂਟ ਖੜਿਆ ਹੁੰਦਾ ਛਾਤਾ ਲਈ ਫੜਾ, ਜੇ ਬਾਹਰ ਘੁੰਮ ਰਹੀ ਹੋਵੇ। ਦਿਸ ਇਜ਼ ਟੂ ਐਸਟੈਬਲਿਸ਼ ਹੂ ਰੂਲਸ ਹੇਅਰ। ਇਹ ਸਾਡਾ ਸਿੰਬਲਿਜ਼ਮ ਹੈ ਬਹੁਤ ਤਗੜਾ। ਇਹ ਪੈਰਲਲ ਇੰਸਟੀਟਿਊਸ਼ਨ ਹੈਗਾ ਕਿ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ, ਸਮੇਂ ਦੇ ਕਾਨੂੰਨ ਹੁੰਦੇ ਨੇ, ਬਟ ਸਿੱਖਾਂ ਲਈ ਸਭ ਤੋਂ ਵੱਡੀ ਸਰਕਾਰ ਤੇ ਕਾਨੂੰਨ ਇਹ ਆ। ਇੱਥੋਂ ਅੰਦਾਜ਼ਾ ਲਾਓ ਜੇ ਸਾਡੇ ਗੁਰਦੁਆਰੇ ਵਿੱਚ ਇਸ ਗੱਲ ਦੀ ਸਮਝ ਨਹੀਂ ਆ ਰਹੀ ਜਾਂ ਇਹ ਲਾਈਫ ਸਟਾਈਲ ਪੈਦਾ ਨਹੀਂ ਹੋ ਰਿਹਾ, ਤਾਂ ਸਾਡਾ ਗੁਰਦੁਆਰਾ ਨਹੀਂ ਆ, ਕੁਝ ਹੋਰ ਹੈ। ਬਿਕਾਜ਼ ਗੁਰਦੁਆਰਿਆਂ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਵੇਲੇ ਵੀ ਬੜਾ ਕੁਝ ਹੋ ਜਾਂਦਾ, ਤੁਹਾਨੂੰ ਪਤਾ ਹੀ ਹੈ। ਜੇ ਹੋ ਰਿਹਾ
ਮਤਲਬ ਸਾਨੂੰ ਸਮਝ ਨਹੀਂ ਆਈ ਕਿ ਇਹ ਕੀ ਹੈ, ਇਹ ਚੰਦੋਆ ਕਿਉਂ ਆ, ਇਹ ਵਿਸਕ ਕਿਉਂ ਦਿੱਤੀ ਜਾ ਰਹੀ ਹੈ, ਅਸੀਂ ਮੱਥਾ ਕਿਉਂ ਟੇਕ ਰਹੇ ਹਾਂ? ਬਿਕੋਜ਼ ਇਟ ਮੀਨਸ ਆਈ ਸਬਮਿਟ ਟੂ ਦਿਸ ਹਾਈਐਸਟ ਅਥਾਰਟੀ। ਇਹ ਸਬਮਿਸ਼ਨ ਸਾਡੀ ਹੋ ਨਹੀਂ ਰਹੀ, ਇਹ ਲੋਕਾਂ ਆਰਾਮ ਖਿਲਾਉਣਾ ਜਾਣੇ ਵਾਲੀ ਗੱਲ ਆ। ਅਸੀਂ ਗੁਰੂ ਨੂੰ ਵੀ ਖਿਲਾਉਣਾ ਬਣਾਇਆ ਹੋਇਆ। ਅਸੀਂ ਕਹਿੰਦੇ ਚੱਲ ਜਿਹੜਾ ਗੁਰੂ ਪਤਾ ਲੱਗਦਾ ਮੱਥੇ ਟੇਕੀ ਜਾਂਦੇ ਤੇ ਬਾਕੀ ਪੁੱਠੇ ਕੰਮ ਵੀ ਕਰੀ ਜਾਂਦੇ। ਦਿਸ ਇਜ਼ ਵੇਅਰ ਸਾਡੀ ਹਾਜ਼ਰ ਨਾਜ਼ਰ ਗੱਲ ਨਹੀਂ ਹੋ ਰਹੀ। We really don't feel the presence of the Guru. This is where I was listening to the Shekin Sabat ਤੇ ਜਿੱਥੇ ਉਹ ਸੁਪਨੇ ਵਾਲੀ ਗੱਲ ਆਈ ਨਾ, ਮੈਨੂੰ ਭਾਈ ਵੀਰ ਸਿੰਘ ਵਾਲੀ ਗੱਲ ਯਾਦ ਆ ਗਈ। And only those who are trying to connect will feel this. ਉਹ ਵੀ ਇਹੀ ਲਿਖਦੇ ਨੇ, ਕਹਿੰਦੇ ਨੇ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੋਂ, ਅਸਾਂ ਧਾਗਲ ਵਖੜੀ ਪਾਈ। I mean, it's a long poem, but he's basically saying, you came to me in the dream. He's referring to Guru Gobind Singh there. ਕਿ ਮੈਂ ਭੱਜਿਆ embrace ਕਰਨ ਲਈ ਤੁਹਾਨੂੰ। But what happens? You know what he's saying? He goes, कि in fact, you know, sometimes when you're watching a good drama, ਆਪਾਂ ਕਹਿੰਦੇ ਨਾ but intensely ਜਦ ਦੇਖ ਰਹੇ ਹੋਈਏ, ਆਪਾਂ ਕਹਿੰਦੇ ਨਾ time stopped, the still moment. ਕਹਿੰਦੇ ਚੁੱਪ ਹੋ ਗਈ ਘੁਕੇਂਦੜੀ ਚਰਖੀ, ਤਿਲਕ ਗਈ ਮੇਰੇ ਹੱਥ ਦੀ ਪੁਣ। He's describing that the time stopped when I started connecting with you, when you came to me even in the dream. But you know what he writes? He says, Arsha da chand jimi aa khadota. The heavenly figure came on this earth, but zind gayi main to nirkhi na parkhi, but I did not recognize you. Because we don't know what we are looking for. ਉਹ ਜਿਹੜਾ ਸ਼ਬਦ ਸੀ ਸੈਕਿੰਡ, ਕਿ ਸੁਪਨੇ ਵਿੱਚ ਵੀ ਸਭ ਤੋਂ ਫੜਿਆ ਨਹੀਂ ਜਾ ਰਿਹਾ, ਜੇ ਪਰਮਾਤਮਾ ਜੀ ਲੱਭ ਰਹੇ ਹੋ ਆ ਗਿਆ ਸਾਡੇ ਕੋਲ, ਕਿਉਂਕਿ ਅਸੀਂ ਲੱਭ ਹੀ ਨਹੀਂ ਰਹੇ ਹਾਂ। ਗੁਰਦੁਆਰੇ ਦੇ ਵਿੱਚ ਇਹ ਤਗੜਾ ਐਕਸਪੀਰੀਅੰਸ ਦਿੱਤਾ ਜਾਂਦਾ ਸੀ। ਜਿਹੜਾ ਨੇ ਫੀਲ ਕੀਤਾ ਭਾਈ ਵੀਰ ਸਿੰਘ ਦੀ ਉਹ ਪੋਮ ਹੈਗੀ, that's what he's describing. That he says, I can't even recognize that Guru Gobind Singh came to see me because I don't know what I was looking for. Even in my dreams, I'm not clear about what I'm looking for. Which means we don't know what we are looking for as a community. ਗੁਰਦੁਆਰੇ ਵਿੱਚ ਇਨਸਾਈਟ ਲੈਣ ਅਸੀਂ ਜਾ ਹੀ ਨਹੀਂ ਰਹੇ। ਗੁਰਦੁਆਰੇ ਵਿੱਚ ਸਿਰਫ ਤੇ ਸਿਰਫ ਇਨਸਾਈਟ ਲੈਣ ਜਾਈਦਾ ਸੀ। ਤੇ ਜਿਹੜੇ ਬੰਦੇ ਦੇ ਕੋਲ ਵਿਜ਼ਡਮ ਆ ਜਾਂਦੀ ਹੈ, ਇਨਸਾਈਟ ਜਿਹਨੂੰ ਕਹਿ ਰਹੇ ਆ, ਸੋਝੀ ਆ ਜਾਂਦੀ ਹੈ, ਉਹਨੂੰ ਹੋਰ ਕੀ ਚਾਹੀਦਾ? ਇਨਫੈਕਟ ਗੁਰਬਾਣੀ ਵਿੱਚ ਤਾਂ ਦੱਸਿਆ ਹੀ ਉਹਨੂੰ ਆ ਕਿ ਜਿਹਦੇ ਕੋਲ ਗਿਆਨ ਆ ਗਿਆ ਉਹਨੂੰ ਕੁਝ ਹੋਰ ਚਾਹੀਦਾ ਹੀ ਨਹੀਂ। ਜਿਹਨੂੰ ਭਾਈ ਨੰਦ ਲਾਲ ਜੀ ਲਿਖਦੇ ਨੇ ਕਿ ਜਦ ਮੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੰਪਨੀ ਵਿੱਚ ਆ ਕੇ ਗਿਆਨ ਮਿਲ ਗਿਆ, ਕਹਿੰਦੇ ਆਈ ਡਿਡਨਟ ਨੋ ਨੀਡ ਐਨੀਥਿੰਗ ਐਲਸ। ਫਿਰ ਕਹਿੰਦੇ ਜਿਹੜੇ ਸਾਰੇ ਸੁਪਰਸਟਰਕਚਰ ਸੀ ਮੇਰੇ ਦਿਮਾਗ ਦੇ ਸਾਰੇ ਟੁੱਟ ਗਏ। ਕਹਿੰਦੇ ਨਾ ਸੁੱਧ ਮੈਂ ਨਾ ਸੁੱਧ ਰਹੀ, ਬੁੱਧ ਮੈਂ ਨਾ। I mean, basically he's describing the philosophies, the histories, the incantations, you name it, he says, they all broke apart because something hit me. And that hitting is what Bhagat Kabir ji says, ਗਿਆਨ ਕੀ ਆਂਦੀ ਆਈ। When something hits you that powerful, ਇਹ ਫਾਲਤੂ ਦੀਆਂ ਗੱਲਾਂ ਬੰਦ ਹੋ ਜਾਂਦੀਆਂ ਨੇ। ਜਿਹਨੂੰ ਆਪਾਂ ਕਹਿੰਦੇ ਆ ਕਿ ਨੋਇਜ਼ ਫਿਲਟਰ ਜਦ ਬਹੁਤ ਤਕੜਾ ਲੱਗ ਜਾਂਦਾ, ਫਿਰ ਜਿਹੜੀ ਨੈਗੇਟਿਵਿਟੀ ਲਾਈਫ ਵਿੱਚ ਚੱਲ ਰਹੀ ਹੈ ਉਹ ਸਾਨੂੰ ਬੋਦਰ ਨਹੀਂ ਕਰਦੀ। ਫਿਰ ਤੁਸੀਂ ਉਹ ਨੈਗੇਟਿਵਿਟੀ ਦੇ ਪ੍ਰਤੀ ਆਪਣਾ ਇੱਕ ਪੈਰਲਲ ਇੰਸਟੀਟਿਊਸ਼ਨ, ਆਈ ਕਮ ਬੈਕ ਟੂ ਇਟ, ਜਿਹੜਾ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਂਦਾ, ਉਹਦੇ ਵੱਲ ਤਵੱਜੋ ਦਿੰਦੇ ਆ। ਗੁਰੂ ਦੀ ਲਾਈਫ ਵਿੱਚ ਵੀ ਕਿੰਨੀ ਨੈਗੇਟਿਵ ਗੱਲਾਂ ਹੋ ਰਹੀਆਂ ਨੇ, ਬਟ ਹੀ ਇਜ਼ ਫੋਕਸਡ। ਸਿੱਖਾਂ ਦੀ ਲਾਈਫ ਵਿੱਚ ਵੀ ਕਿੰਨੀਆਂ ਨੈਗੇਟਿਵ ਗੱਲਾਂ ਹੋ ਰਹੀਆਂ ਨੇ, but those who were focused, we remember them, focused on the mission of the Guru, and that's the purpose of Gurdwara. ਗੁਰਦੁਆਰਾ ਹੋਏ ਸੋਝੀ ਪਾਈ ਸੀ। ਇਹ ਪੰਜ ਗੱਲਾਂ ਗੁਰਦੁਆਰੇ ਦੀਆਂ ਭਾਈ ਕਾਹਨ ਸਿੰਘ ਨਾਭਾ ਦੀ ਮਹਾਨ ਕੋਸ਼ ਚੋਂ ਲਈਆਂ ਨੇ। ਹੁਣ ਤੁਸੀਂ ਜੇ ਕੁਝ ਹੋਰ ਨਹੀਂ ਇਸ ਪ੍ਰੈਜੈਂਟੇਸ਼ਨ 'ਚ ਯਾਦ ਰੱਖਣਾ, ਪਲੀਜ਼ ਇਹ ਲਾਈਨ ਜ਼ਰੂਰ ਯਾਦ ਰੱਖ ਲਿਓ, ਇਹ ਸਲਾਈਡ ਸੌਰੀ। ਹੀ ਇਜ਼ ਰਾਈਟਿੰਗ, ਇਹ 100 ਸਾਲ ਪਹਿਲਾਂ ਦੀ ਗੱਲ ਕਰ ਰਹੇ ਨੇ ਕਿ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਸਿਰਫ 5 ਰੋਲ ਨੇ। ਲੈਟਸ ਟਾਕ ਅਬਾਊਟ ਦ ਰੋਲ ਆਫ ਅ ਗੁਰਦੁਆਰਾ। ਅਸੀਂ ਲੜਦੇ ਹਾਂ ਨਾ ਕਿਹੜੇ ਪ੍ਰੋਗਰਾਮ ਕਰਨੇ ਨੇ, ਹਰ ਥਾਂ ਤੇ ਇਹੀ ਗੱਲ ਚੱਲ ਰਹੀ ਹੈ। ਫਰਸਟ ਰੋਲ ਸਾਨੂੰ ਕਲੀਅਰ ਹੈਗਾ ਕਿ ਇੱਥੇ ਰੂਹਾਨੀਅਤ ਦੀ ਗੱਲਾਂ ਹੋਣ। ਵੈਸੇ ਅੱਜ ਕੱਲ੍ਹ ਇਹ ਵੀ ਹੋਣੀਆਂ ਘੱਟ ਹੋ ਗਈਆਂ ਨੇ। ਹੁਣ ਅੱਜ ਕੱਲ੍ਹ ਉਹੀ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਇਮੋਸ਼ਨਲੀ ਅਪੀਲ ਕਰਦੀਆਂ ਨੇ। ਜਿਹੜਾ ਕਰ ਰਿਹਾ ਗੱਲ, ਕੀਰਤਨ ਕਰ ਰਿਹਾ, ਮੈਂ ਵਾਂਗੂ ਟੁੱਟਾ ਜਿਹਾ ਲੈਕਚਰ ਦੇ ਰਿਹਾ, ਉਹਦਾ ਵੀ ਇਹੀ ਧਿਆਨ ਹੁੰਦਾ ਕਿ ਕੋਈ ਇਹੋ ਜਿਹੀ ਗੱਲ ਕਹਾਂ ਕਿ ਤੁਸੀਂ ਆਪਣਾ ਬਟੂਆ ਖੋਲੋ ਤੇ ਮੈਨੂੰ ਪੈਸੇ ਜ਼ਿਆਦਾ ਦਿਓ। ਲੈਟਸ ਟਾਕ, ਡੀਲ ਵਿਦ ਰਿਐਲਿਟੀ। ਬਟ ਐਕਚੁਅਲ ਪਰਪਸ ਸੀ ਕਿ ਜਿਹੜਾ ਹਾਜ਼ਰ ਨਾਜ਼ਰਤਾ ਵੱਲ ਲੈ ਕੇ ਜਾਵੇ, ਜਿਹੜਾ ਰੱਬ ਦੇ ਨਾਲ ਇੱਕ ਡਿਵਾਈਨ ਕਨੈਕਸ਼ਨ ਖੜਾ ਕਰ ਦੇਵੇ, ਜਿਹੜਾ ਫਿਰ ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹਨੂੰ ਲੱਗ ਰਿਹਾ ਨਾ ਕਿ ਉਹਦੀ ਉਮਰ ਬੀਤ ਗਈ ਹੈਗੀ, ਉਹਨੂੰ ਲੱਗੇ ਨਾ ਏਦਾਂ। ਜੋ ਬੰਦ ਜਾਂਦੇ ਨਾ ਡਰਾਂ, ਜੇ ਸੋ ਪ੍ਰੀਤ ਨਾ ਜਾਏ। I am not worried. Maybe I just had a birthday last week. I'm 39 now, so I was thinking about that shabad.
ਉਹ ਕਹਿ ਰਹੇ ਨੇ ਕਿ ਜੇ ਯੂਥ ਜਾਂਦਾ ਹੋਵੇ ਜੋਬਨ, ਆਈ ਐਮ ਨਾਟ ਵਰੀਡ ਐਜ਼ ਲੌਂਗ ਐਜ਼ ਮਾਈ ਲਵ ਵਿਦ ਦ ਡਿਵਾਈਨ ਇਜ਼ ਨਾਟ ਗੋਇੰਗ, ਬਟ ਇਟ ਇਜ਼ ਗੋਇੰਗ। ਹੈ ਹੀ ਨਹੀਂ ਉਹ। ਕਿਤਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਬਟ ਸਾਰੀ ਜਵਾਨੀ ਕੱਢਤੀ ਬਗੈਰ ਪਿਆਰ ਦੇ। ਤੁਸੀਂ ਵਰਲਡਲੀ ਲੈਵਲ ਤੇ ਵੀ ਕਰਕੇ ਦੇਖਿਆ ਹੋਵੇ, ਤੁਹਾਨੂੰ ਲੱਗਦਾ ਯਾਰ ਕੁਝ ਕੀਤਾ ਨਹੀਂ ਜੋ ਇਸ਼ਕ ਕਰਨਾ ਸੀ। ਇੱਥੇ ਉਹ ਰੱਬੀ ਇਸ਼ਕ ਦੀ ਗੱਲ ਕਰ ਰਹੇ ਨੇ ਕਿ ਸਾਰੀ ਜਵਾਨੀ ਕੱਢਦੀ ਇਸ਼ਕ ਤੋਂ ਬਗੈਰ, ਹੁਣ ਸਿਰ ਫੁੱਲ ਕੀ ਕਰੂਗਾ? ਉਹਨੇ ਕੁਮਲਾਉਣਾ ਹੀ ਆ। ਉਹ ਕਿੱਥੋਂ ਪ੍ਰਫੁੱਲਤ ਹੋਵੇ, ਕਿਵੇਂ ਬਲੌਸਮ ਹੋਵੇ ਉਹ? ਗੁਰਦੁਆਰਾ ਯੂਜ਼ਡ ਟੂ ਗਿਵ ਦਿਸ ਐਕਸਪੀਰੀਅੰਸ। ਉੱਥੇ ਕੀਰਤਨ ਇੰਨਾ ਜ਼ਬਰਦਸਤ ਹੁੰਦਾ ਸੀਗਾ, ਤਾਂ ਹੀ ਜੇ ਕੋਈ ਪੁਰਾਣੇ ਰਾਗੀ ਦਾ ਕੀਰਤਨ ਸੁਣਾ ਤੁਹਾਨੂੰ ਯਾਦ ਰਹਿੰਦਾ, ਕਿਉਂਕਿ ਜਿਹੜਾ ਗਾ ਰਿਹਾ ਤੇ ਜਿਹੜਾ ਸੁਣ ਰਿਹਾ ਦੋਨਾਂ ਦਾ ਜੋਰ ਲੱਗ ਰਿਹਾ। ਹੁਣ ਰਵਾਇਤੀ ਲੈਵਲ ਤੇ ਹੈ, ਬਟ ਜੋਰ ਨਹੀਂ ਲੱਗ ਰਿਹਾ। ਜੇ ਲੱਗਦਾ ਹੋਵੇ ਤੁਹਾਨੂੰ ਵੀ ਲੱਗੂ ਕੁਛ, ਹਾਂ ਅੱਜ ਕੋਈ ਗੱਲ ਬਣੀ ਥੋੜੀ ਜਿਹੀ, ਅੱਜ ਮੈਨੂੰ ਕੁਝ ਪਤਾ ਲੱਗਿਆ ਕੀਰਤਨ ਦਾ, ਬਟ ਇਟਸ ਨਾਟ ਹੈਪਨਿੰਗ ਬਿਕਾਜ਼ ਗੁਰਦੁਆਰਾ ਇਜ਼ ਨਾਟ ਏਬਲ ਟੂ ਗਿਵ ਦਿਸ ਐਕਸਪੀਰੀਅੰਸ। ਉਹ ਟਾਈਮ ਦੀ ਗੱਲ ਨਹੀਂ ਹੈ, ਉਹ 5 ਮਿੰਟ ਵਿੱਚ ਵੀ ਹੋ ਸਕਦਾ। ਉਹ ਗੁਰਬਾਣੀ ਦੇ ਸ਼ਬਦ ਹੈ, ਉਹ 2.5 ਅੱਖਰ ਵਿੱਚ ਵੀ ਹੋ ਸਕਦਾ। ਦੀ ਆਈਡੀਆ ਇਜ਼ ਕਿ ਤੁਸੀਂ ਕਿੰਨੀਆਂ ਕਿਹੋ ਜਿਹੀਆਂ ਚੀਜ਼ਾਂ ਕਰ ਰਹੇ ਹੋ ਜਿਹਦੇ ਵਿੱਚੋਂ ਐਕਸਪੀਰੀਅੰਸ ਮਿਲ ਸਕੇ, ਕਿ ਬੰਦਾ ਇਨਸਪੀਰੇਸ਼ਨ ਵਿੱਚ ਭੇਜਿਆ ਜਾਵੇ। ਦੂਸਰੀ ਗੱਲ ਹੈ ਫ੍ਰੀ ਕਿਚਨ। ਯੂ ਨੋ ਦੈਟ ਆਈਡੀਆ ਮੈਂ ਤਾਂ ਜ਼ਿਆਦਾ ਗੱਲ ਨਹੀਂ ਕਰਨੀ, ਬਟ ਇੰਨੀ ਕੀ ਗੱਲ ਕਰਾਂਗਾ, ਅਸੀਂ ਆਪਣੀ ਜਿਹੜੀ ਫ੍ਰੀ ਕਿਚਨ ਵੀ ਸਿਰਫ ਉਹਨਾਂ ਨੇ ਲਾਈ ਹੋਈ ਆ ਜਿਹੜੇ ਆਲਰੇਡੀ ਰੱਜੇ ਹੋਏ ਨੇ। ਬਹੁਤ ਅਜੀਬ ਜਿਹੀਆਂ ਗੱਲਾਂ ਨੇ। ਮੈਂ ਇੱਥੇ ਇੱਕ ਇੰਸੀਡੈਂਟ ਸ਼ੇਅਰ ਕਰਦਾ। ਮੈਨੂੰ ਹਿੰਦੁਸਤਾਨ ਪੰਜਾਬ ਵਿੱਚ ਇੱਕ ਸੰਸਥਾ ਨੇ ਬੁਲਾਇਆ, ਗਿਆਨੀ ਦਿੱਤ ਸਿੰਘ ਦਾ ਡੇ ਮਨਾ ਰਹੇ ਸੀ, ਤੂੰ ਲੈਕਚਰ ਕਰਨ ਨਹੀਂ। ਉਹ ਚਲਾ ਗਿਆ ਤੇ ਬਾਅਦ 'ਚ ਮੈਨੂੰ ਲੰਗਰ ਵੱਲ ਜਾਣ ਲੱਗ ਗਏ। ਇਹ ਸਾਡੀ ਮਤਲਬ ਦਿਸ ਇਜ਼ ਯੂ ਐਂਡ ਮੀ ਆਲਸੋ, ਇਟਸ ਨਾਟ ਦੈਮ, ਅਸੀਂ ਵੀ ਆਹੀ ਹੈਗੇ ਆ। ਉਹ ਮੈਨੂੰ ਲੰਗਰ ਵੱਲ ਲੈ ਗਏ, ਫਿਰ ਮੈਂ ਕਿਹਾ ਹਾਂਜੀ ਚਲੋ ਛੱਕ ਕੇ ਚੱਲਦੇ ਆ। ਤੇ ਮੈਂ ਲੰਗਰ ਵੱਲ ਜਦ ਗਿਆ, ਉੱਥੇ ਨਾ ਇੱਕ ਬੀਬੀ ਨੂੰ ਉਠਾਉਣ ਗੁੱਸੇ ਹੋ ਕੇ, ਉੱਠ ਇੱਥੋਂ, ਤੂੰ ਕੀ ਕਰਦੀ ਆ, ਰੋਜ਼ ਆ ਜਾਂਦੀ ਆ। ਤੇ ਮੈਂ ਉਹਨੂੰ ਪੁੱਛਿਆ ਕਿ ਮੈਨੂੰ ਜ਼ਿਆਦਾ ਲੋੜ ਹੈ ਕਿ ਉਹਨੂੰ ਜ਼ਿਆਦਾ ਲੋੜ ਹੈ ਜੇ ਰੋਜ਼ ਆ ਜਾਂਦੀ ਹੈ? ਸ਼ੀ ਨੀਡਸ ਇਟ ਮੋਰ ਦੈਨ ਆਈ ਡੂ। ਉਹਨੂੰ ਤੁਸੀਂ ਭਜਾ ਰਹੇ ਹੋ। Guru Nanak Sahib, when he started this, the Sakhi we love to tell our children, and it's beautifully retold by Iniko Rithe Bhattene. Who is he feeding? Is he going to say, okay, let me take my brother-in-law Jairam for dinner out tonight? Or is he going to those 20 people, although he disagrees with the way they practice religion, but he goes to those 20 people, no, they need to eat. They haven't had a meal. So think about your free kitchen as well. Something is not adding up. ਰੈਸਟ ਹਾਊਸ ਕਈ ਥਾਵਾਂ ਤੇ ਹੈਗੇ ਨੇ, ਜੇ ਨਹੀਂ ਹੈਗੇ ਨੇ ਬਣਾ ਲੈਣੇ ਚਾਹੀਦੇ ਨੇ। ਸੈਂਟਰਲ ਗੁਰਦੁਆਰਾ ਲੰਡਨ ਮੈਂ ਯੂਜਲੀ ਵਿਜ਼ਿਟ ਕਰਦਾ, ਤੇ ਉੱਥੇ 3 years back they asked me to do a training for their committee. ਕਈ ਗੁਰਦੁਆਰੇ ਐਕਚੁਅਲੀ ਕਰ ਰਹੇ ਨੇ ਇਹ ਚੀਜ਼ਾਂ। ਇਟਸ ਇੰਟਰਸਟਿੰਗ, ਸਮ ਪੀਪਲ ਆਰ ਇੰਟਰਸਟਿਡ ਟੂ ਡੂ ਰਾਈਟ ਥਿੰਗਸ। ਸੋ ਯਾ ਦੇ ਆਰ ਰਾਈਟ ਇਨ ਦ ਮਿਡਲ, ਸ਼ੈਪਰਡਸ ਬੁਸ਼ ਵਿੱਚ ਨੇ, ਪ੍ਰਾਈਮ ਏਰੀਆ। ਐਂਡ ਵਨ ਆਫ ਦ ਟ੍ਰੇਨਿੰਗ ਦੇ ਬਾਅਦ ਕੁਐਸਚਨ ਆਂਸਰ ਸੈਸ਼ਨ ਕਹਿੰਦੇ ਫਿਰ what can we do here? We have lot of good property. ਮੈਂ ਕਿਹਾ ਦੈਟਸ ਗੁੱਡ। ਕਿੰਨੀ ਹੈਗੀ? ਕਹਿੰਦੇ ਸਾਡੇ ਕੋਲ 10 ਕਮਰੇ ਗੁਰਦੁਆਰੇ ਦੇ ਬਿਲਕੁਲ ਨਾਲ ਨੇ। ਮੈਂ ਕੀ ਕਰਦੇ ਹੋ? ਕਹਿੰਦੇ ਰੈਂਟ ਤੇ ਦੇ ਹੋਏ ਨੇ। ਮੈਂ ਕਿਹਾ ਤੁਹਾਨੂੰ ਲੋੜ ਆ ਫੰਡਸ ਦੀ? ਕਹਿੰਦੇ ਨਾਟ ਰੀਅਲੀ, ਬਟ ਇਟਸ ਐਡਿੰਗ, ਯੂ ਨੋ, ਚੰਗਾ ਕਿਸੇ ਵੇਲੇ ਕੁਝ ਕਰਾਂਗੇ। ਮੈਂ ਕਿਹਾ ਸੈਂਟਰਲ ਲੰਡਨ ਵਿੱਚ ਕਿੰਨੇ ਸਟੂਡੈਂਟਸ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਰਹਿਣਾ, ਤੁਸੀਂ ਸਬਸਿਡਾਈਜ਼ ਕਰ ਦਿਓ। ਵਾਈ ਡੋਂਟ ਯੂ ਗਿਵ them for subsidy if not free? They're like, oh, that's a good idea. And right now they rent 5 of the 10 rooms they're giving, ਜਿਹੜੇ ਇੰਗਲੈਂਡ ਤੋਂ ਬਾਹਰੋਂ ਆ ਰਹੇ ਨੇ, ਇੰਡੀਆ ਤੋਂ ਜਨਰਲੀ, ਜਿਹੜਾ ਲਈ ਅਫੋਰਡੇਬਿਲਿਟੀ ਸੈਂਟਰ ਲੰਡਨ ਇਜ਼ ਵੈਰੀ ਐਕਸਪੈਂਸਿਵ। ਸੋ ਥਿੰਕ ਅਬਾਊਟ ਥੀਸ ਰੈਸਟ ਹਾਊਸਿਸ ਇਨ ਮੋਰ ਕ੍ਰੀਏਟਿਵ ਵੇਜ਼। ਬਣਾਏ ਨਹੀਂ ਹੈਗੇ, ਜੇ ਬਣਾ ਲਓਗੇ ਤੇ ਉਹਦੀ ਪ੍ਰੋਪਰ ਵਰਤੋਂ ਵੀ ਚਾਹੀਦੀ ਹੈ। ਇਟਸ ਨਾਟ ਇਨਫ ਟੂ ਜਸਟ ਕੰਸਟਰਕਟ। ਫੋਰਥ ਥਿੰਗ ਇਜ਼ ਹਸਪੀਟਲ। ਇਹਦੇ ਤੁਸੀਂ ਦੇਖੇ ਹੋਣੇ ਡਿਸਪੈਂਸਰੀ ਵਾਲੇ ਐਂਗਲ, ਬਟ ਆਪਾਂ ਤੁਸੀਂ ਅਮਰੀਕਾ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋ, ਸਾਡੇ ਕੋਈ ਹਸਪੀਟਲ ਨਹੀਂ ਬਣ ਰਹੇ, ਸਾਡੇ ਡਾਕਟਰਸ ਲੇਕਿਨ ਬਹੁਤ ਨੇ। ਸਮਥਿੰਗ ਟੂ ਥਿੰਕ ਅਬਾਊਟ। You know, there is in Memphis, there is church health system. This guy started this very successful program ਕਿ ਜਿਹੜੇ ਇੰਸ਼ੋਰੈਂਸ ਅਫੋਰਡ ਨਹੀਂ ਕਰ ਪਾ ਰਹੇ ਉਹਨਾਂ ਨੂੰ ਅਸੀਂ ਕਿਵੇਂ ਇੰਸ਼ੋਰ ਕਰੀਏ। We should be doing these things. But we are not thinking there because ਅਜੇ ਅਸੀਂ ਖੂਹ ਦੇ ਡੱਡੂ ਵਾਂਗੂ ਬਣੇ ਬੈਠੇ ਹਾਂ। And gurus were doing it. Guru has look at his attitude of defiance that Guru Harkrishan Sahib goes to Delhi to serve people, but he still does not go to see the king. I mean, we go to India, ਜਿਵੇਂ ਮੈਂ ਐਗਜ਼ਾਮਪਲ ਛੋਟਾ ਲੈਵਲ ਤੇ ਬਣਾ ਕੇ ਦਵਾਂ ਆਪਣੇ ਲਈ, ਅਸੀਂ ਘੁੰਮ ਫਿਰ ਕੇ ਆ ਜਾਂਦੇ ਆ। ਕਦੇ ਇਹੀ ਨਹੀਂ ਸੋਚਿਆ ਕਿ ਜਿਹੜੇ ਚਲੋ 84 ਦੀ ਪੋਲਿਟਿਕਸ ਛੱਡੋ, ਕਿ ਜਿਹੜੇ ਤੇ ਲੋਕ ਪੂਰੀ ਬੈਠੇ ਨੇ ਕਦੇ ਉਹਨਾਂ ਨੂੰ ਵੀ ਮਿਲੇ ਆਈਏ। It will cost you half a day. Think about it. But we might go to other places in Delhi. I enjoy Imperial too. But do we do other things?
And the fifth thing is, this is probably the most surprising part for you if you are not aware of it. He, Bhai Khan Singh Nabha ਕਹਿੰਦੇ ਨੇ ਕਿ ਇਹ fort ਹੁੰਦਾ ਸੀ, ਕਿਲਾ. Gurdwara is a fort. ਤੁਸੀਂ ਕਹੋਗੇ ਹੈ fort? And you automatically become political then, because forts usually political purpose hai. Of course it is political. Guru Granth Sahib ਵਿੱਚ ਲਿਖਿਆ ਸੱਤੇ ਬਲਵੰਡ ਦੀ ਵਾਰ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਇਸ ਦੁਨੀਆ ਤੇ ਕੀ ਕਰਨ ਆਏ ਸੀ, and the exact line is, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ. ਕੋਟ is fort. ਗੁਰੂ ਨਾਨਕ ਸਾਹਿਬ ਇਸ ਦੁਨੀਆ ਤੇ ਆਏ, ਇਸ ਧਰਤੀ ਤੇ ਆਏ ਇੱਕ ਨਵੇਂ ਕਿਸਮ ਦਾ ਰਾਜ ਚਲਾਉਣ ਲਈ. ਉਹ ਰਾਜ ਚਲਾਉਣ ਲਈ ਉਹਨਾਂ ਨੇ ਸੱਚ ਦੀ ਫਾਊਂਡੇਸ਼ਨ ਭਰੀ, ਨੀਵ, ਤੇ ਉਹਦੇ ਉੱਤੇ ਇੱਕ ਨਵਾਂ ਕਿਲਾ ਉਸਾਰਿਆ, ਕੋਟ. Now look at each guru and why they established gurdwaras as forts. ਕੇਸਗੜ੍ਹ ਜਿਹੜਾ ਪਹਿਲਾ ਕਿਲਾ ਬਣਾਇਆ ਸੀਗਾ ਉਹਨੂੰ ਅਸੀਂ ਲੋਹਗੜ੍ਹ ਕਹਿੰਦੇ ਆ, ਗੁਰੂ ਹਰਗੋਬਿੰਦ ਪਾਤਸ਼ਾਹ ਦਾ. 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਲਾਗੇ 5 ਕਿਲੇ ਕਿਉਂ ਬਣਾਏ? You have to think about these things. It's for the protection of your heritage, your culture. ਜੇ ਗੁਰਦੁਆਰਾ ਹੀ ਪ੍ਰੋਟੈਕਟ ਉਹਨੂੰ ਨਹੀਂ ਕਰੂਗਾ, ਫਿਰ ਕੀ ਉਹਨੂੰ ਰੈਬਾਈਜ਼ ਜਾਂ ਮੌਸਕਸ ਕਰਨੀ ਹੈ ਜਾ ਕੇ? This fort ਦਾ ਪਰਪਸ ਹੁੰਦਾ protection of your own heritage, your own treasures. ਜਿਹੜਾ ਟ੍ਰੈਜਰ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ 5ਵੇਂ ਪਾਤਸ਼ਾਹ ਨੇ ਕਿਹਾ ਕਿ ਮੈਂ ਦੇ ਰਿਹਾ ਤੁਹਾਨੂੰ, ਅਸੀਂ ਉਹਨੂੰ ਵੀ ਪ੍ਰੋਟੈਕਟ ਨਹੀਂ ਕਰ ਰਹੇ. ਪਿਓ ਦਾਦੇ ਦਾ ਖੋਲ ਦਿੱਤਾ ਖਜ਼ਾਨਾ. We have a khazana. Because we have a khazana, we need to protect it. ਇਸ ਲਈ ਪੁਰਾਣੇ ਗੁਰਦੁਆਰੇ ਤੁਸੀਂ ਦੇਖੋਗੇ ਉਹ ਫੋਰਟ ਲਾਈਕ ਵੀ ਹੁੰਦੇ ਸੀ. Because otherwise there are forces to demolish you. Guru Nanak there was a political assassination attempt at him on the day he is getting married. Yeah, that's our history. Batale ਵਿੱਚ ਗੁਰਦੁਆਰਾ ਹੈਗਾ ਕੱਚੀ ਕੰਧ, and they tried to demolish the whole wall on him. ਮਤਲਬ ਇੰਨਾ hatred ਵੀ ਸੀ ਲੋਕਾਂ 'ਚ. So obviously he is thinking ਕਿ ਕਰਤਾਰਪੁਰ ਕਿਉਂ ਚਾਹੀਦਾ? He established Kartarpur. Then there is Khadur Sahib by second Guru. There is Goindwal Sahib. ਹੁਣ ਉਹ ਸਾਰੇ ਗੁਰਦੁਆਰੇ ਇੱਕੋ ਜਿਹੇ ਲੱਗ ਰਹੇ ਨੇ ਦੇਖਣ ਨੂੰ, ਕਿਉਂਕਿ ਅਸੀਂ ਢਾਹ ਦਿੱਤੇ ਨੇ. ਇਹ ਓਰੀਜਨਲ ਫਾਰਮ ਵਿੱਚ ਤੁਸੀਂ ਦੇਖੋਗੇ, ਰੀਸੈਂਟਲੀ ਵੀ ਡਿਸਕਵਰਡ ਇਨ ਪੰਜਾਬ ਡਿਜੀਟਲ ਲਾਇਬ੍ਰੇਰੀ, this guy ਭਾਈ ਧੰਨਾ ਸਿੰਘ, he went all over Punjab on his bike and he photographed every place he could find where Guru went. And those pictures tell a very different story of ਕਿ ਕੇਸਗੜ੍ਹ ਸਾਹਿਬ ਵੀ ਬਿਲਕੁਲ ਡਿਫਰੈਂਟ ਸੀ 1930s ਵਿੱਚ. ਇਹ 60s ਵਿੱਚ ਉਹਨਾਂ ਨੇ ਤੋੜ ਕੇ ਨਵਾਂ ਕਿਉਂ ਬਣਾਇਆ? Maybe they are changing the way our gurdwaras used to be. Maybe they want us to only worship there. Gurdwaras used to do everything, as you see in those 5 elements. Spirituality ਇੱਕ ਚੀਜ਼ ਸੀ ਉਹਦੇ 'ਚ. Spirituality, education, women empowerment, rest house, langar, and fort. Fort is, there's a training. You know, ਜੇ ਕਲਮ ਤੋਂ ਖੰਡੇ ਤੱਕ ਜਾਣਾ ਤਾਂ ਕੋਈ ਟ੍ਰੇਨਿੰਗ ਵੀ ਚਾਹੀਦੀ ਹੈ ਨਾ, ਉਹ ਟ੍ਰੇਨਿੰਗ ਵੀ ਉੱਥੇ ਹੀ ਹੁੰਦੀ ਸੀ. And then this is how the gurdwaras came out. ਕਿ ਧਰਮਸਾਲ ਤੋਂ ਲੈ ਕੇ ਫਿਰ ਗੁਰਦੁਆਰਿਆਂ ਦਾ ਰੂਪ ਬਣਨਾ ਸ਼ੁਰੂ ਹੋਇਆ. ਧਰਮਸਾਲ ਤੋਂ ਪਰਪਸ ਸੀਗਾ ਕਿ ਇੱਥੇ ਧਰਮ ਦੀ ਗੱਲ ਹੋ ਰਹੀ ਆ. This is a South Asian tradition, ਧਰਮਸਾਲ. ਉਹ ਧਰਮਸਾਲ ਤੋਂ ਲੈ ਕੇ ਗੁਰਦੁਆਰੇ ਤੱਕ ਕੀ ਹੋਇਆ? When Guru Angad Sahib started Khadur Sahib, ਜੇ ਤੁਸੀਂ ਕੱਲ੍ਹ ਨੂੰ ਗੁਰਦੁਆਰਾ ਬਣਾਉਣਾ ਹੋਵੇ ਹੋਰ ਤਗੜਾ ਕਿਤੇ, ਕਿਉਂਕਿ ਇਹ ਬਿਲਡਿੰਗ ਨਾਲ ਤਾਂ ਸਾਡਾ ਅਟੈਚਮੈਂਟ ਹੈਗਾ ਹੀ ਹੈ, whether we like it or not, we always want to have a great building. ਪਰ ਇਹ ਗੱਲ ਖਿਆਲ ਰੱਖਿਓ, ਗੁਰੂ ਅੰਗਦ ਪਾਤਸ਼ਾਹ ਨੇ ਉੱਥੇ ਗੁਰਮੁਖੀ ਸਿਖਾਈ ਸੀ ਪਹਿਲਾਂ, ਤੇ ਨਾਲ ਫਿਰ ਬਣਾਤਾ ਸੀ ਇੱਕ ਵਰਲਡ ਕਲਾਸ ਜਿਮ. ਯੈਸ, ਅਖਾੜਾ ਕਹਿੰਦੇ ਅਸੀਂ ਟ੍ਰੈਡੀਸ਼ਨਲੀ. ਸਾਡੇ ਜਿਹੜਾ ਲੰਗਰ ਛਕਾ ਰਹੇ ਉਹਨੂੰ ਬੰਦ ਕਰਨ ਲਈ ਇੱਕ ਜਿਮ ਵੀ ਬਣਾਉਂਦਾ ਇੱਕ ਚੰਗਾ. Guru Angad did it. He's training us. You know, you are wondering ਕਿ ਸਾਡੇ youngsters ਕਿਉਂ ਨਹੀਂ ਗੁਰਦੁਆਰੇ 'ਚ ਬਹਿੰਦੇ? Because we are not relevant to them. What are we doing for them? ਕਿਹੜੀ ਡਿਵਾਈਨ ਪ੍ਰੈਜ਼ੈਂਸ ਨਾਲ ਅਸੀਂ ਜੋੜ ਰਹੇ ਹਾਂ ਉਹਨਾਂ ਨੂੰ? ਅਸੀਂ ਤਾਂ ਉਹਨਾਂ ਨੂੰ ਮੈਂਟਲੀ ਤੇ ਫਿਜ਼ੀਕਲੀ ਵੀ ਪ੍ਰਿਪੇਅਰ ਨਹੀਂ ਕਰ ਪਾ ਰਹੇ. Well, Guru Angad started a good gym. It is revolutionary. ਉਹਨਾਂ ਦਿਨਾਂ ਵਿੱਚ ਧਰਮ ਸਥਾਨਾਂ ਤੇ ਜਿਮ ਨਹੀਂ ਹੁੰਦੇ ਸੀ. ਗੁਰੂ ਸਾਹਿਬ ਨੇ ਕਿਹਾ ਨਾਲ ਹੀ ਅਖਾੜਾ ਖੋਲ ਦਿਓ. ਸਭ ਕੁਛ ਇੱਥੇ ਹੋਣਾ ਚਾਹੀਦਾ. Complete training, not just what we call spiritual training. Every training should be given here. The idea is different people connect with things differently. ਸਾਰੇ ਭਾਈ ਬਚਿੱਤਰ ਸਿੰਘ ਵੀ ਨਹੀਂ ਬਣਦੇ, ਬਟ ਬਣਦੇ ਨੇ ਕਈ, ਤੇ ਸਾਰੇ ਮਲਮ ਲਾਉਣ ਵੀ ਨਹੀਂ ਜਾਂਦੇ, ਬਟ ਕਈ ਜਾਂਦੇ ਨੇ. You know what I'm talking about. Experience of the Gurdwara is ਕਿ ਬੰਦੇ ਦੇ ਵਿੱਚ ਜਿਹੜੀ ਇੱਕ ਡਿਵਾਈਨ ਪੋਟੈਂਸ਼ੀਅਲ ਭਰੀ ਹੋਈ ਆ ਉਹ ਕਿਵੇਂ ਐਕਸਪਲੋਰ ਕਰਨੀ ਹੈ. ਟੀਚਰ ਦੀ ਇਹੀ ਜੌਬ ਹੁੰਦੀ ਹੈ ਨਾ ਕਿ ਉਹਦੇ ਕਲਾਸਰੂਮ ਵਿੱਚ ਜਿਹੜਾ ਵੀ ਕੋਈ ਆਇਆ ਸਟੂਡੈਂਟ, ਉਹਨੂੰ ਕਿਵੇਂ ਉਹਦੇ ਗਿਫਟ ਨੂੰ ਐਕਸਪਲੋਰ ਕਰੀਏ. This is what Gurdwaras used to do. So ਉਸ ਐਕਸਪਲੋਜਨ ਦੇ ਵਿੱਚ ਕਈ ਹਿਸਟੋਰੀਕਲ ਗੁਰਦੁਆਰਾ ਨਿਕਲੇ ਤੇ ਕਈ ਸੰਗਤ ਗੁਰਦੁਆਰਾ ਬਣੇ. ਹੁਣ ਮੈਂ ਅੱਜ ਦੇ ਗੱਲਾਂ ਬਣਾਵਾਂ
ਹਿਸਟੋਰੀਕਲ ਗੁਰਦੁਆਰਾਸ ਆਰ ਲਿਟਲ ਬਿਟ ਡਿਫਰੈਂਟ। ਜਿਹੜੀ ਵੀ ਥਾਂ ਸਾਡੀ ਗੁਰੂ ਦੀ ਲਾਈਫ ਨਾਲ ਐਸੋਸੀਏਟਡ ਆ ਜਾਂ ਸਿੱਖਾਂ ਦੇ ਕੋਈ ਵੱਡੀ ਇਵੈਂਟ ਨਾਲ ਐਸੋਸੀਏਟਡ ਆ, ਅਸੀਂ ਉਹਨੂੰ ਗੁਰਦੁਆਰਾ ਕਹਿੰਦੇ ਹਾਂ। ਜਿਵੇਂ ਜੈਤੋ ਦਾ ਮੋਰਚਾ ਆਇਆ, ਉੱਥੇ ਗੁਰਦੁਆਰਾ ਬਣ ਗਿਆ। ਜਿੱਥੇ ਅਕਾਲ ਤਖਤ ਸਾਹਿਬ ਇਜ਼ ਹਿਸਟੋਰੀਕਲ ਗੁਰਦੁਆਰਾ। ਗੁਰੂ ਨਾਨਕ ਸਾਹਿਬ ਅਸਾਮ ਵਿੱਚ ਗਏ ਨੇ, ਭਾਵੇਂ ਬਗਦਾਦ ਵਿੱਚ ਗਏ ਨੇ, ਉੱਥੇ ਵੀ ਗੁਰਦੁਆਰੇ ਬਣ ਗਏ। ਦੋਜ਼ ਆਰ ਹਿਸਟੋਰੀਕਲ ਗੁਰਦੁਆਰਾਸ। ਦੈਨ ਦੇयर ਇਜ਼ ਅ ਸੰਗਤ ਗੁਰਦੁਆਰਾ, ਜਿੱਥੇ ਗੁਰਦੁਆਰੇ ਖੋਲੇ ਗਏ ਨੇ ਸੰਗਤੀ ਰੂਪ ਵਿੱਚ, ਬਿਕੋਜ਼ ਸੰਗਤ ਇਕੱਠੀ ਹੋ ਗਈ। ਲਾਈਕ ਜਿਵੇਂ ਦਿਸ ਇਜ਼ ਅ ਸੰਗਤੀ ਗੁਰਦੁਆਰਾ। ਯੂ ਮਾਈਟ ਸੇ ਕਿ ਸਟਾਕਟਨ ਹੈਜ਼ ਬਿਕਮ ਅ ਹਿਸਟੋਰੀਕਲ ਗੁਰਦੁਆਰਾ, ਉਹਦੇ 100 ਇਅਰਸ ਹੋ ਗਏ ਨੇ। ਇਮੈਜਿਨ 100 ਸਾਲ ਪਹਿਲਾਂ ਅਸੀਂ ਪਹਿਲਾ ਗੁਰਦੁਆਰਾ ਖੋਲ੍ਹਿਆ ਸੀਗਾ। I was there last week talking to them about ਕਿ ਕੀ ਕਰ ਰਹੇ ਹੋ, ਕਹਿੰਦੇ ਜੇ ਪਲਾਨ ਨਹੀਂ ਕੀਤਾ। ਮੈਂ ਕਿਹਾ ਸੋਚਣਾ ਸ਼ੁਰੂ ਕਰੋ ਕਿ ਉਹ 100 ਸਾਲ ਪਹਿਲਾਂ ਜਦੋਂ ਗੁਰਦੁਆਰਾ ਬਣਿਆ ਸੀ ਨਾ, I was amazed, just to share a little bit here, ਮੈਂ ਉਹਨਾਂ ਦੇ ਨਾ ਆਰਕਾਈਵ ਮਟੀਰੀਅਲ ਲੈ ਕੇ ਆਇਆ ਥੋੜਾ ਜਿਹਾ। You know that ਗੁਰਦੁਆਰਾ, this is the first ਗੁਰਦੁਆਰਾ of North America। ਤੇ ਦਲੀਪ ਸਿੰਘ ਸੌਂਦ ਜਿਹੜਾ ਤੁਸੀਂ ਸੁਣਿਆ ਹੋਣਾ, the first congressman of Asian descent ਬਣਿਆ ਸੀ, he was a secretary of that ਗੁਰਦੁਆਰਾ 30 years before he became a congressman। And he had funds, let me name you a few funds, including for Indian independence। ਜਵਾਹਰ ਲਾਲ ਨਹਿਰੂ ਦੀ ਭੈਣ ਉੱਥੇ ਆਈ ਸੀ, ਉਹਨੂੰ $6000 1923 ਚ ਉਸ ਗੁਰਦੁਆਰੇ ਨੇ ਦਿੱਤੇ, which if you have inflation counts you can figure out ਕਿੰਨੇ ਲੱਖ ਡਾਲਰ ਹੋ ਗਏ ਇਸ ਵੇਲੇ। They had funds for Shaheed, they had funds for local involvement। I mean, very progressive। ਅਸੀਂ ਤਾਂ ਬਿਲਕੁਲ ਪਿੱਛੇ ਚਲੇ ਗਏ, ਸਾਡਾ ਤਾਂ ਕੋਈ ਫੰਡ ਹੀ ਨਹੀਂ ਹੁਣ, other than building fund and langar fund। So are we going to progress? Are we going to degenerate? These are the questions for us। ਸਾਡੇ ਬਜ਼ੁਰਗਾਂ ਨੇ ਜਿਹੜੇ ਇਸ ਧਰਤੀ ਤੇ ਆਏ ਨੇ, ਉਹ ਵੀ ਇਹ ਸੋਚ ਰਹੇ ਸੀ। ਕਿਤੇ ਅਸੀਂ ਸੋਚਣਾ ਬੰਦ ਕਰਤਾ। ਉਹ ਕਹਿੰਦੇ ਪੰਜਾਬੀ ਜੇ ਦਿਮਾਗ ਨੂੰ ਜੰਗ ਲੱਗ ਜੂ ਤਾਂ ਫਿਰ ਕੀ ਕਰਾਂਗੇ। This is why 95% of ਗੁਰਬਾਣੀ ਮਨ ਨੂੰ ਜਗਾਉਣ ਦੀ ਗੱਲ ਕਰਦੀ ਹੈ, ਦਿਮਾਗ ਨੂੰ। 95% of ਗੁਰਬਾਣੀ is about mind। It says we need to develop this mind। ਮਨ ਨੂੰ ਇਹ ਗੱਲ ਸਮਝਾਓ, ਮਨ ਨੂੰ ਕਲੀਅਰ ਕਰੋ, ਮਨ ਦੇ ਡਾਊਟਸ ਨੂੰ ਤੋੜੋ, ਭਰਮਾਂ ਨੂੰ ਤੋੜੋ। ਭਰਮ ਕੇ ਪਰਦੇ ਸਤਿਗੁਰ ਖੋਲ੍ਹ ਲੈ, ਮਨ ਦੇ ਰਾਮ ਲਿਆ ਹੈ ਮੋਲ। ਕਿੰਨੇ ਹੀ ਸ਼ਬਦ ਨੇ, you know all the ਸ਼ਬਦਸ। It is all about developing the mind। ਜਿਹੜਾ ਡਿਵੈਲਪਡ ਮਾਈਂਡ ਆ, ਫਿਰ ਅਸੀਂ ਕਹਿੰਦੇ ਇਹ ਬੰਦੇ ਦੀ ਸੁਰਤ ਜਾਗ ਗਈ। ਗੁਰਦੁਆਰਾ ਇਹ ਕਰਦਾ ਸੀ। ਤੇ ਗਰਾਊਂਡ ਰਿਐਲਿਟੀ ਹੁਣ ਸਾਡੀ ਇਹ ਹੋ ਗਈ ਆ। ਠੀਕ ਹੈ, ਕੋਈ ਐਕਸੈਪਸ਼ਨਸ ਹੋਣਗੀਆਂ, ਬਟ ਸਟੈਟਿਸਟਿਕਲੀ ਦੇ ਸੇ ਨਾਰਮਲ ਪੋਪੂਲੇਸ਼ਨ ਕਰਵ ਵਿੱਚ ਇਹ ਕੰਮ ਨਹੀਂ ਹੋ ਰਿਹਾ। ਇਹਦਾ ਮਤਲਬ ਨਹੀਂ ਹੋ ਰਿਹਾ। ਡਿਸਫੰਕਸ਼ਨਲ ਗੁਰਦੁਆਰਾਸ, ਕਈ ਥਾਵਾਂ ਤੇ ਐਮਬੈਜ਼ਲਮੈਂਟਸ ਵੀ ਨੇ, ਕਈ ਥਾਵਾਂ ਤੇ ਹੋਰ ਲੜਾਈਆਂ ਨੇ। ਜਿਹੜਾ ਨੇ ਐਸਟੀਮੇਟ ਇਨ ਲਾਸਟ 20 years in North America, just in the lawsuits we have wasted $100 million। So don't say कि पैसे है नहीं community, दिमाग है नहीं is possible। We have a lot of money, we are a rich community, we have a lot of money, and we are a very giving community also। Maybe part of the constitution needs to be none of the Gurdwara funds will ever be used in a lawsuit। I'm just throwing out ideas। We need to build these things। We have wasted this is a conservative estimate I'm giving you, $100 million in last 20 years in North America on Gurdwara lawsuits। This shouldn't be surprising, if you think about even within Gurdwaras, ਉੱਥੇ 70-80 ਸਾਲ ਦਾ ਤਾਂ ਕੁਝ ਖਾਸ ਗੱਲ ਨਹੀਂ। So the facts are ਕਿ ਸਾਡੇ ਗੁਰਦੁਆਰਾਸ are full of discrimination, they are casteist। Inspiration ਕਿੱਥੋਂ? ਗੁਰਦੁਆਰੇ ਵਿੱਚ inspiration ਜਦ ਆਊਗੀ, ਜਦ actually focus will be ਜਿੱਥੋਂ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ, ਇੱਕ ਓਂਕਾਰ। This is why ਜੇ ਕੁਝ ਸਮਝ ਨਹੀਂ ਆ ਰਿਹਾ, ਇਹੀ ਸਮਝਣ ਦੀ ਕੋਸ਼ਿਸ਼ ਕਰ ਲਈਏ। ਇੱਕ ਓਂਕਾਰ is non-divisiveness, oneness। ਜਦ ਤੱਕ oneness ਅਸੀਂ ਆਪਣੇ ਜ਼ਿਹਨ ਵਿੱਚ ਨਹੀਂ ਲੈ ਕੇ ਆਵਾਂਗੇ, ਆਪਣੇ ਅੰਤःਕਰਣ ਵਿੱਚ ਨਹੀਂ ਲੈ ਕੇ ਆਵਾਂਗੇ, ਸਾਨੂੰ ਗੁਰਦੁਆਰਾ ਇੰਸਪੀਰੇਸ਼ਨਲ ਸੈਂਟਰ ਨਹੀਂ ਬਣ ਪਾਉਣਾ। ਫਿਰ ਅਸੀਂ ਇਹੀ ਦੇਖਦੇ ਰਹਾਂਗੇ, ਉਹ ਯਾਰ ਸਾਡੇ ਇਲਾਕੇ ਦਾ ਨਹੀਂ, ਉਹ ਸਾਡੀ ਜਾਤ ਦਾ ਨਹੀਂ, ਉਹ ਯਾਰ ਡਾਕਟਰ ਹੈ ਨਹੀਂ, ਉਹ ਯਾਰ ਚਮਿਆਰਾਂ ਦਾ ਬੰਦਾ, ਆਪਣੀ ਆਪਣੀ ਚੀਜ਼ਾਂ ਕਰੀ ਜਾਵਾਂਗੇ। ਇਹ ਜੀ ਜੱਟ ਹੈਗਾ, you know what I'm talking about। ਇਹ ਗੱਲਾਂ ਹੁੰਦੀਆਂ ਨੇ। ਜਿੱਥੇ ਗੁਰਦੁਆਰੇ 'ਚ ਇਹ ਗੱਲਾਂ ਨਹੀਂ ਹੋਣਗੀਆਂ, I don't think you'll have to say much because anyone will tell you ਕਿ ਜਿਹੜੀਆਂ ਵਾਈਬਸ ਹੁੰਦੀਆਂ ਨੇ ਨਾ, ਉਹ ਬੰਦੇ ਨੂੰ ਚੇਂਜ ਕਰ ਦਿੰਦੀਆਂ ਨੇ। ਕਈ ਵਾਰੀ YouTube ਤੇ ਐਕਸਪੈਰੀਮੈਂਟ ਦੇਖ ਲਿਓ, ਪਾਣੀ ਦੇ ਨਾਲ ਕਰ ਰਹੇ ਨੇ ਅੱਜ ਕੱਲ੍ਹ, ਕਿ ਦੇਰ ਪਾਣੀ ਰੱਖਿਆ ਹੋਇਆ ਤੇ ਉਹ ਇੱਕ ਹਾਰਡ ਰੌਕ ਮਿਊਜ਼ਿਕ ਲਾ ਦਿੰਦੇ ਨੇ ਤੇ ਪਾਣੀ ਦੀ ਮੰਤਰ ਕਿਵੇਂ ਹੋ ਜਾਂਦੀ ਹੈ, ਤੇ ਸਪਿਰਿਚੁਅਲ ਮਿਊਜ਼ਿਕ ਲਾਉਂਦੇ ਨੇ ਤੇ ਪਾਣੀ ਦੀ ਮੰਤਰ ਕਿਵੇਂ ਹੋ ਜਾਂਦੀ ਹੈ। ਇੱਦਾਂ ਹੀ ਅਸੀਂ ਮੋਸਟਲੀ ਪਾਣੀ ਹੈਗੇ ਹਾਂ। ਅਸੀਂ ਜੋ ਸੁਣ ਰਹੇ ਹਾਂ, ਰੋਜ਼ ਨੈਗੇਟਿਵ ਗੱਲਾਂ ਸੁਣਾਂਗੇ ਤੇ ਫਿਰ ਉਹੋ ਜਿਹੇ ਹੀ ਬਣ ਜਾਵਾਂਗੇ। ਜੇ ਪੋਜ਼ੀਟਿਵ ਗੱਲਾਂ ਸੁਣਾਂਗੇ ਤੇ ਉਹੋ ਜਿਹੇ ਵੀ ਬਣ ਸਕਦੇ। ਸੋ ਗੁਰਦੁਆਰੇ ਦੀ ਜਿਹੜੀ ਰਿਐਲਿਟੀ ਆ,
ਉਹ ਇਸ ਕਰਕੇ ਮਾੜੀ ਹੋ ਗਈ ਆ ਕਿ ਇੱਥੋਂ ਇੰਸਪੀਰੇਸ਼ਨ ਗਾਇਬ ਹੋ ਗਈ ਹੈ। ਇਹ ਇੰਸਪੀਰੇਸ਼ਨ ਅਸੀਂ ਦੁਬਾਰਾ ਲੈ ਕੇ ਆਉਣੀ ਹੈ। ਸੋ ਉਹਨੂੰ ਲਿਆਉਣ ਦੇ ਤਰੀਕੇ ਹੈਗੇ ਨੇ। few things I'll talk about here ਕਿ ਨਾ ਸਾਡੇ ਸੈਕੰਡਰੀ ਟ੍ਰੈਡੀਸ਼ਨ ਜਿਹੜਾ ਨਾ ਭਾਈ ਨੰਦ ਲਾਲ ਜੀ ਤੇ ਕਈ ਰਹਿਤਨਾਮਿਆਂ 'ਚ ਇਹਦੇ ਬਾਰੇ ਦੱਸਿਆ ਹੋਇਆ ਕਿ ਕੀ ਪੈਸੇ ਦੀ ਗੱਲ ਕਰ ਲਈਏ, ਪੈਸੇ ਦੇ ਬਾਰੇ ਬੜਾ ਕਲੀਅਰਲੀ ਲਿਖਿਆ ਹੋਇਆ ਕਿ there needs to be complete transparency and accountability. I just don't understand in today's age why is it so hard to produce a good report for Gurdwara, annual report. You know, the only reason we are not doing it, a bada vadda system America ji, because religious institutions are not required to. They are the only exception in 501c3s, which basically they are doing favors to the mega churches, the evangelical world. But ਅਸੀਂ ਵੀ ਉਹਦਾ ਹਿੱਸਾ ਬਣ ਕੇ ਕਰਪਟ ਹੋ ਰਹੇ ਹਾਂ। ਤੇ ਗੁਰਬਾਣੀ ਦੇ ਵਿੱਚ ਤੇ ਸੈਕੰਡਰੀ ਟ੍ਰੈਡੀਸ਼ਨ ਵਿੱਚ ਇਹ ਲਿਖਿਆ ਕਿ ਜਿਹੜਾ ਪੈਸੇ ਦੇ ਨਾਲ ਈਵਨ ਮਿਸਅਪਰੋਪਰੀਏਟ ਵੀ ਕਰ ਰਿਹਾ, that is a big sinful act. So the responsibility needs to be quite clear on this part. Transparency and accountability is a must. And it's not a hard thing to do. It's a very easy thing to do. If you can't do it, you can hire somebody for $1,000 a year to do it for you. Let's just start doing it. Why are we not doing it? Next thing. Basically, this slide is saying कि जिनने it's again I'm going to use a classroom example कि सारे गुरुद्वारे के प्रोग्राम वही क्यों होते हैं जिहड़े एक एज ग्रुप ਲਈ ਨੇ। ਤੁਸੀਂ ਕਦੇ ਕਰੋਗੇ ਇਦਾਂ ਹੋਰ ਕਿਸੇ ਇੰਸਟੀਟਿਊਸ਼ਨ ਵਿੱਚ? ਹਰ ਟਾਰਗੇਟ ਜਿਹੜਾ ਵੀ ਕੋਈ ਗੁਰਦੁਆਰੇ ਆ ਰਿਹਾ ਸਾਰਿਆਂ ਨੂੰ ਕਵਰ ਕਰਨ ਦੀ ਲੋੜ ਆ। ਸਾਰੇ ਪ੍ਰੋਗਰਾਮ ਸਿਰਫ ਪੰਜਾਬੀ ਸਪੀਕਿੰਗ ਹੀ ਕਿਉਂ ਨੇ? ਸਾਰੇ ਪ੍ਰੋਗਰਾਮ ਸਿਰਫ ਜ਼ਿਆਦਾ ਫੋਕਸ ਫॉर ਐਗਜ਼ਾਮਪਲ ਕਥਾ ਤੇ ਕੀਰਤਨ ਤੇ ਹੀ ਕਿਉਂ ਆ? I talked about 5 things. ਹਰ ਕਮਿਊਨਿਟੀ ਵਿੱਚ ਗਿਫਟਡ ਬੰਦਾ ਹੈਗਾ। ਹਰ ਕਮਿਊਨਿਟੀ ਵਿੱਚ every person wants to belong to Sikhi in their own way. We should have enough programs to capture all of them. It was very clear in Guru period, not everyone came to serve the Guru, but all kinds of people came to serve the Guru. They're two different things. ਸਾਰੇ ਨਹੀਂ ਜਾਂਦੇ ਸੀ ਸਰਵਿਸ ਕਰਨ, ਬਟ ਜਿਹੜੇ ਆਉਂਦੇ ਸੀ ਉਹਦੇ 'ਚ ਹਰ ਕਿਸਮ ਦੇ ਹੁੰਦੇ ਸੀ। ਹਰ ਕਲਰਫੁਲਨੈਸ ਬੜੀ ਸੀ ਉਹਦੇ 'ਚ ਵੀ। ਸਾਰਿਆਂ ਦੀ ਇੱਕੋ ਜਿਹੀ ਪੱਗ ਨਹੀਂ ਹੁੰਦੀ ਸੀ ਤੇ ਸਾਰਿਆਂ ਦੇ ਗਾਤਰੇ ਵੀ ਨਹੀਂ ਹੁੰਦੇ ਸੀ। It's very important to keep that in mind, because Gurdwara is that place ਜਿੱਥੇ ਆਈਡੀਅਲਸ ਕੰਪਰੋਮਾਈਜ਼ ਨਹੀਂ ਹੁੰਦੇ, ਬਟ ਹਰੇਕ ਦੇ ਲਈ ਸਰਵਿਸ ਓਰੀਐਂਟਡਨੈਸ ਮਿਲਦੀ ਹੈ। ਆਈਡੀਅਲਸ ਕੰਪਰੋਮਾਈਜ਼ ਵੀ ਨਹੀਂ ਕਰਨੇ ਕਿ ਇਹ ਵੀ ਫੈਸ਼ਨ ਚੱਲ ਰਿਹਾ ਅੱਜ ਕੱਲ੍ਹ ਇਨ ਦੀ ਨੇਮ ਆਫ ਅਕੋਮੋਡੇਸ਼ਨ। ਵੀ ਕੀ ਸੇਇੰਗ ਕਿ ਚਲੋ ਕੋਈ ਨਹੀਂ ਯਾਰ, ਕੋਈ ਗੁੱਸੇ ਨਾ ਹੋ ਜਾਵੇ। well ਜੇ ਗੁੱਸੇ ਹੋ ਜੂ ਕੋਈ ਤਾਂ ਕੀ ਕਰੀਏ ਕਿ ਗੁਰੂ ਨਾਨਕ ਸਾਹਿਬ ਨੇ ਜੇ ਆਪ ਹੀ ਕਈ ਗੱਲਾਂ ਹੁਣ ਜਦੋਂ ਸਿੱਧੀਆਂ ਗੱਲਾਂ ਹੀ ਪਹਿਲੇ ਸ਼ਬਦ ਦੀ ਇਹ ਸੀਗੀ ਹੁਣ ਤੁਸੀਂ ਮੱਥੇ 'ਤੇ ਟਿੱਕਾ ਲਾ ਕੇ ਤੇ ਮਾਲਾ ਭਰ ਕੇ ਜੇ ਕਰੀ ਜਾਓਗੇ ਤਾਂ ਮੈਂ ਕੀ ਕਰਾਂ? ਇਟਸ ਨਾਟ ਅਬਾਊਟ ਕਿਸੇ ਨੂੰ ਗੁੱਸੇ ਕਰਨਾ, ਇਟਸ ਅਬਾਊਟ ਕਿ ਤੁਹਾਨੂੰ ਆਪਣੀ ਕਲੈਰਿਟੀ ਹੋਣੀ ਚਾਹੀਦੀ ਕਿ ਸਾਡੇ ਆਈਡੀਅਲਸ ਕੀ ਨੇ। Within those ideals, we keep things open. If you are compromising on our ideals, तो फिर जो गुरुद्वारे सिख ideals की गल नहीं होगी, तो कित्थे होगी? And this is why the parallel gurdwaras were set up, just when gurdwaras went corrupt. In the Guru period, the parallel setup occurred. 100 years ago, it happened, and now perhaps it needs to happen again. If you really want कि next generation ਦੇ ਕੋਲ ਕੋਈ value system ਜਾਵੇ ਤਰੀਕਾ, ਕੋਈ ਵਧੀਆ ਤਰੀਕੇ ਦੇ ਨਾਲ। ਸੋ ਇਹ ਰੋਲ ਕਰਨ ਦੀ ਲੋੜ ਹੈਗੀ। ਬੱਚਿਆਂ ਲਈ ਅਲੱਗ ਪ੍ਰੋਗਰਾਮ ਚਾਹੀਦੇ ਨੇ, ਸਿੰਗਲਸ ਲਈ ਅਦਰ ਪ੍ਰੋਗਰਾਮ ਚਾਹੀਦੇ ਨੇ। ਅਸੀਂ ਘਬਰਾ ਜਾਂਦੇ ਇਹ ਗੱਲਾਂ ਤੋਂ, ਬਈ ਕਿਉਂ ਨਹੀਂ? ਜੇ ਤੁਸੀਂ ਮੈਟਰੀਮੋਨੀਅਲ ਸਰਵਿਸਿਜ਼ ਕਰਾਤੀਆਂ ਨੇ ਜਿਹੜੀਆਂ ਨਹੀਂ ਸਕਸੀਡ ਹੋ ਰਹੀਆਂ ਇੰਨੀਆਂ, ਵਾਈ ਨਾਟ ਅ ਮਿਕਸਰ? ਆਮ ਜਸਟ ਥਰੋਇੰਗ ਆਈਡੀਆਜ਼। ਕੌਣ ਕਰੂਗਾ? ਵੁੱਡ ਯੂ ਰੈਦਰ ਹੈਵ ਯੂਰ ਕਿਡਸ ਗੋ ਮੈਰੀ ਅਦਰ ਪੀਪਲ, ਔਰ ਵੁੱਡ ਯੂ ਰੈਦਰ ਹੈਵ ਦੈਮ ਐਸੋਸੀਏਟ ਕੋਈ ਉਹਨਾਂ ਲਈ ਕੋਈ ਸਿਕਿਉਰ ਥਾਂ ਜਿੱਥੇ ਉਹ ਆਪਸ ਗੱਲ ਕਰ ਸਕਣ? ਦੇ ਆਰ ਗੋਇੰ ਟੂ ਡੂ ਇਟ ਐਨੀਵੇ. It's up to you whether you want to cry now or you want to cry 30 years later. I mean, let's deal with the reality. ਇਹ ਸਿੱਖੀ ਦੇ ਵਿੱਚ ਹੈ ਰਿਐਲਿਟੀ, ਇਹ ਗੁਰਬਾਣੀ ਵਿੱਚ ਵੀ ਰਿਐਲਿਟੀ ਹੈ। You might find this shocking. ਸਾਡੇ ਕੋਲ ਭਾਈ ਵੀਰ ਸਿੰਘ ਨੇ ਵੀ ਇਹ ਸਾਖੀ ਲਿਖੀ ਹੋਈ ਹੈ ਕਿ ਇੱਕ ਮੁੰਡਾ ਕੁੜੀ ਭੱਜਦੇ ਆਏ ਕੇਸਗੜ੍ਹ ਸਾਹਿਬ ਤੇ ਪਿੰਡ ਵਾਲੇ ਗੰਡਾਸੇ ਲਏ ਖੜੇ ਨੇ ਉਹਨਾਂ ਦੇ ਪਿੱਛੇ ਇਹਨਾਂ ਨੂੰ ਮਾਰ ਦੇਣਾ। ਤੇ ਗੁਰੂ ਪਾਤਸ਼ਾਹ ਕਹਿੰਦੇ ਆ ਜਾਓ ਮੇਰੇ ਕੋਲ, ਆ ਜਾਓ, ਕੋਈ ਨਹੀਂ ਮਾਰੂ। He is saying to why are you, let's talk to people, issue ਕੀ ਹੈਗਾ, why are you after them? ਸੇਮ ਥਿੰਗ ਭਾਈ ਗੁਰਦਾਸ ਲਿਖ ਰਹੇ ਨੇ, ਕਹਿੰਦੇ ਕਿਸੇ ਨੇ ਜੇ ਗੁਰੂ ਨਾਲ ਪਿਆਰ ਕਰਨਾ, ਕਹਿੰਦਾ ਦਾ ਬੈਸਟ, ਭਾਈ ਗੁਰਦਾਸ ਜੀ ਦੇ ਲਫ਼ਜ਼ ਨੇ, ਦਾ ਬੈਸਟ ਵਰਲਡਲੀ ਐਗਜ਼ਾਮਪਲਸ ਹੀ ਇਜ਼ ਗਿਵਿੰਗ ਆਰ, ਕਹਿੰਦੇ ਉੱਦਾਂ ਕਰੋ ਜਿਵੇਂ ਸੱਸੀ ਤੇ ਪੁੰਨੂ ਦਾ ਸੀਗਾ, ਉੱਦਾਂ ਕਰੋ ਜਿਵੇਂ ਹੀਰ ਤੇ ਰਾਂਝੇ ਦਾ ਸੀਗਾ। I'm not saying this, he's saying it. ਪੀਰ ਮੁਰੀਦਾ ਪਿਰਹੜੀ, he's writing this in the last line.
ਕਿ ਗੁਰੂ ਦਾ ਤੇ ਸਿੱਖ ਦਾ ਇਸ ਤਰ੍ਹਾਂ ਦਾ ਪਿਆਰ ਹੋਵੇ ਜਿਵੇਂ ਹੀਰ ਤੇ ਰਾਂਝੇ ਦਾ ਸੀ। ਨਾਓ ਇਮੈਜਿਨ ਕਰੋ ਕਿ ਅਸੀਂ ਕਿੱਥੇ ਖੜੇ ਹਾਂ। ਅਸੀਂ ਐਗਜ਼ਾਮਪਲ ਵੀ ਫਿਰ ਟੁੱਟੇ ਜੇ ਰਿਲੇਸ਼ਨਸ਼ਿਪ ਦੀ ਦਿੰਦੇ ਆ, ਫਿਰ ਟੁੱਟੀਆਂ ਜੀਆਂ ਸਾਡੀਆਂ ਬਣੀ ਜਾਂਦੀਆਂ ਗੁਰੂ ਦੇ ਨਾਲ। ਤਗੜੀ ਰਿਲੇਸ਼ਨਸ਼ਿਪ ਦੀ ਐਗਜ਼ਾਮਪਲ ਦੋ, ਅਨਕੰਪਰੋਮਾਈਜ਼ਿੰਗ ਆ ਜਿਹੜੀ, ਜਿਹਦੇ ਬਾਰੇ ਨੁਸਰਤ ਵਰਗਿਆਂ ਨੇ ਕਹਿਤਾ ਕਿ ਗੁੱਲਾ ਲੁਟਾਇਆ ਇਸ਼ਕ ਨੇ, ਚਮੜਾ ਲੋਹਾਇਆ ਇਸ਼ਕ ਨੇ। ਐਂਡ ਦਿਸ ਇਜ਼ ਆਰ ਹਿਸਟਰੀ ਆਲਸੋ। What do you think all the shaheeds did? That's the divine love. ਉਹ ਕਹਿੰਦੇ ਕੋਈ ਪਰਵਾਹ ਨਹੀਂ। ਜੈਤੋ ਦੇ ਮੋਰਚੇ 'ਚ ਵੀ ਹੋਇਆ, ਪਿਛਲੇ 20 ਸਾਲਾਂ 'ਚ ਵੀ ਕਈ ਵਾਰੀ ਇਹ ਹੋਇਆ। ਕਮਿੰਗ ਬੈਕ ਟੂ ਇਟ, ਕਿ ਸਾਡੀ ਜਿਹੜੀ ਚੈੱਕਲਿਸਟ ਹੈ ਨਾ ਬਹੁਤ ਅਧੂਰੀ ਹੁੰਦੀ ਹੈ। ਜਦੋਂ ਵੀ ਕਦੇ ਕੋਈ ਪਲਾਨ ਕਰਨਾ ਗੁਰਦੁਆਰੇ ਦਾ, ਮੇਕ ਸ਼ੋਰ ਇਟਸ ਫੰਕਸ਼ਨਲ। We don't create functional gurdwaras. Why do we have to sit on the floor if it's a classroom every time? ਇਹ discussion ਹੀ ਕਿਉਂ ਹੋ ਰਿਹਾ? It's not functional. ਤੁਸੀਂ ਕਿਸੇ ਨੂੰ ਕੀਰਤਨ ਕਰਨ ਲਈ ਕਹੋ ਕਿ ਖੜੇ ਹੋ ਕੇ ਕਰੇ, ਇਟਸ ਨਾਟ ਮਚ ਫੰਕਸ਼ਨਲ। ਯੈਸ, ਦੀਵਾਨ ਦੇ ਵਿੱਚ ਇਦਾਂ ਹੀ ਹੋਣਾ ਚਾਹੀਦਾ। ਉਹ ਤੁਸੀਂ ਅਖਾੜਾ ਲਾਉਣਾ ਹੈਗਾ, ਤੁਹਾਡਾ ਕੀ ਖਿਆਲ ਹੈ ਕਿ ਗੁਰੂ ਅੰਗਦ ਪਾਤਸ਼ਾਹ ਅਖਾੜੇ ਦੀ ਕਲਾਸ ਲਾ ਰਹੇ ਨੇ, ਉਹ ਬੈਠ ਕੇ ਲਾਉਂਦੇ ਸੀ? ਲੈਟਸ ਥਿੰਕ ਅਬਾਊਟ ਥੀਸ ਥਿੰਗਸ, ਦੇ ਆਰ ਵੈਰੀ ਕਾਮਨ ਸੈਂਸ। ਤੁਹਾਡਾ ਕੀ ਖਿਆਲ ਹੈ ਕਿ ਜਦੋਂ ਸਿਖਾ ਰਹੇ ਨੇ ਕਦੇ ਪਿੱਠ ਨਹੀਂ ਹੋਣੀ ਕਿਸੇ ਵਿਦਿਆਰਥੀ ਦੀ? ਦੀਵਾਨ ਵਿੱਚ ਨਹੀਂ ਹੋਣੀ ਚਾਹੀਦੀ, ਬਾਕੀ ਥਾਂ ਤੇ ਮੇਕ ਅਮ ਫੰਕਸ਼ਨਲ। ਵੀ ਡੋਂਟ ਥਿੰਕ ਅਬਾਊਟ ਫੰਕਸ਼ਨੈਲਿਟੀ ਮਚ। ਅਸੀਂ ਹੋਰ ਰੀਤੀ ਰਿਵਾਜਾਂ 'ਚ ਫਸ ਜਾਂਦੇ ਹਾਂ, ਕੀ ਕਹੂ ਕੋਈ, ਡੋਂਟ ਵਰੀ ਅਬਾਊਟ ਇਟ। ਇਨਫੈਕਟ ਤੁਸੀਂ ਸੁਣਿਆ ਵੀ ਹੋਣਾ, ਜਿਹੜੇ ਦੇ ਗ੍ਰੇਟੈਸਟ ਟੀਚਰਸ ਹੁੰਦੇ ਨੇ, ਦੇ ਡੋਂਟ ਵਰੀ ਅਬਾਊਟ ਮਚ ਅਬਾਊਟ ਦੇਅਰ ਪ੍ਰਿੰਸੀਪਲ ਸਮਟਾਈਮਸ, ਕਿਉਂਕਿ ਉਹਨਾਂ ਦੀ ਜੌਬ ਹੈ ਕਿ ਜਿਹੜਾ ਮੇਰੀ ਕਲਾਸ 'ਚ ਆ ਗਿਆ ਮੈਂ ਉਹਨੂੰ ਵਧੀਆ ਕਿਵੇਂ ਸਿਖਾਉਣਾ। So it's okay to, they say, bypass the system sometimes. So make the Gurdwara, the community, functional place. ਜਿੱਥੇ ਬੰਦਾ ਕਹੇ ਮੈਂ ਜਾਣਾ ਹੀ ਜਾਣਾ। ਕਿਸ ਕੰਮ ਲਈ? ਕਈ ਵਾਰ ਅਸੀਂ ਗੁੱਸੇ ਹੋ ਜਾਂਦੇ ਯਾਰ, ਉਹਨਾਂ ਸੇ ਰੋਟੀ ਨਾ ਲੰਗਰ ਖਾਣ ਵੇਲੇ ਆ ਜਾਂਦੇ ਨੇ, ਸੋ ਵਾਟ? ਜੇ ਕਿਸੇ ਨੇ ਲੰਗਰ ਹੀ ਖਾਣਾ ਉਹਨੂੰ ਖਾਣ ਤੋਂ ਤੁਹਾਨੂੰ ਕੀ ਪ੍ਰੋਬਲਮ? ਵੀ ਸੇ ਨਾ ਗੁਰਦੁਆਰਾ ਇਸ ਫॉर एनीवन फॉर एनी पर्पस। ਗੁਰਦੁਆਰੇ ਦਾ ਰੋਲ ਹੋਣਾ ਚਾਹੀਦਾ ਕਿ ਸਾਰੀ ਚੀਜ਼ਾਂ ਦਿਓ। ਤੇ ਜੇ ਕੋਈ ਸਿਰਫ ਲੰਗਰ ਛਕਣ ਨਹੀਂ ਆ ਰਿਹਾ, ਵੀ ਸੇ ਵੀ ਪ੍ਰਾਊਡਲੀ ਸੇ ਵੀ ਸਰ ਫ੍ਰੀ ਕਿਚਨ, ਫਿਰ ਗੁੱਸੇ ਕਿਉਂ ਹੁੰਦੇ ਹੋ? ਬਟ ਉੱਥੇ ਜ਼ਬਰਦਸਤ ਕੀਰਤਨ ਵੀ ਹੋਵੇ, ਉੱਥੇ ਜ਼ਬਰਦਸਤ ਕਵਿਤਾ ਵੀ ਦੀ ਕਲਾਸ ਲੱਗੀ ਹੋਵੇ ਜੇ ਕਿਸੇ ਨੇ ਸਿੱਖਣੀ ਹੈ, ਉੱਥੇ ਜ਼ਬਰਦਸਤ ਸੈਲਫ ਡਿਫੈਂਸ ਦੀ ਕਲਾਸਿਸ ਵੀ ਹੋਣੀਆਂ ਚਾਹੀਦੀਆਂ। ਜਿੰਨੀ ਵੀ ਕੋਈ ਕਪੈਸਿਟੀ ਹੈ ਕਮਿਊਨਿਟੀ ਦੀ, ਉਹ ਸਭ ਕੁਝ ਹੋਣਾ ਚਾਹੀਦਾ। ਇਹ ਨਾ ਕਹੋ ਕਿ ਇੱਕੋ ਚੀਜ਼ ਸਾਰੇ ਜਣੇ ਆਉਣ, ਕਿਉਂਕਿ ਐਵਰੀਵਨ ਇਜ਼ ਵਾਇਰਡ ਡਿਫਰੈਂਟਲੀ। ਹਰ ਬੰਦੇ ਨੇ ਆਪਣੇ ਐਂਗਲ ਤੋਂ, ਕੋਈ ਸਿੱਖੂਗਾ ਲੜਾਈ ਦੇ ਮੈਦਾਨ ਵਿੱਚ ਤੇ ਕੋਈ ਸਿੱਖੂਗਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈਂਦੇ ਹੋ। This is our history and that's how we did things. We'll go to the next part. I'm almost done if you're getting bored. The summary basically next two slides is this, ਕਿ ਗੁਰਬਾਣੀ ਦੇ ਵਿੱਚ ਇਹ ਆਇਆ, ਗੁਰਦੁਆਰਾ ਇੱਕ ਲਰਨਿੰਗ ਸੈਂਟਰ ਸੀਗਾ, ਇਨਸਾਈਟਫੁਲਨੈਸ ਇੱਥੋਂ ਮਿਲਦੀ ਸੀ। ਅੱਜ ਅਸੀਂ ਵੈਸਟਰਨ ਟ੍ਰੈਡੀਸ਼ਨ ਦੀ ਕਾਪੀ ਕਰਦੇ ਹੋਏ ਇਹਨੂੰ ਕਹਿਣਾ ਸ਼ੁਰੂ ਕਰਤਾ, this is a place of worship. I beg to differ. It was never a place of worship. ਸਾਨੂੰ ਅਰਲੀਅਰ ਲਾਈਨ ਕੀਤੀ ਜਿੱਥੇ ਜਾਏ ਬਾਏ। ਇਨਫੈਕਟ ਜਦ ਅਸੀਂ ਕਹਿੰਦੇ ਹਾਂ ਕਿ ਗੁਰੂ ਦਾ ਡੋਰ ਹੈਗਾ, ਸੋਦਰ ਦੀ ਪੌੜੀ ਹੈ ਜਿਹੜੀ ਤਿੰਨ ਥਾਵਾਂ ਤੇ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਪਜੀ ਸਾਹਿਬ ਵਿੱਚ, ਰਹਿਰਾਸ ਵਿੱਚ, ਤੇ ਇੱਕ ਰਾਗ ਦੇ ਰੂਪ ਵਿੱਚ ਹੋਰ, which means it's very important. ਉੱਥੇ ਦੱਸਿਆ ਕਿ ਉਹਦਾ ਡੋਰ ਕਿਹੜਾ, ਸੋਦਰ, that door, ਉੱਥੇ ਦੱਸਿਆ ਪੂਰੀ ਦੁਨੀਆ ਹੀ ਉਹਦਾ ਦਰਵਾਜ਼ਾ। ਇਹ ਗੁਰੂ ਦਾ ਦਰਵਾਜ਼ਾ ਨਹੀਂ ਆ, ਇੱਥੇ ਗੁਰੂ ਦੀ ਸਿੱਖਿਆ ਲੈਣੀ ਹੈ, ਗੁਰੂ ਦੇ ਦੁਆਰਾ ਸਿੱਖਿਆ ਲੈਣੀ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ, ਇੱਥੇ ਗੁਰੂ ਦੇ ਆਈਡੀਆਜ਼ ਤੋਂ ਰਿਫਲੈਕਸ਼ਨਸ ਲੈ ਕੇ, ਇਨਸਪੀਰੇਸ਼ਨਸ ਲੈ ਕੇ ਅਸੀਂ ਚੀਜ਼ਾਂ ਨੂੰ ਪੈਦਾ ਕਰਨਾ, ਨਵੀਆਂ ਚੀਜ਼ਾਂ ਨੂੰ ਪੈਦਾ ਕਰਨਾ। ਉਹ ਚੀਜ਼ਾਂ ਪੈਦਾ ਕਰਨ ਲਈ ਤੁਹਾਨੂੰ ਜਿਹੜੇ ਵੀ ਸਟਰਕਚਰ ਬਣਾਉਣੇ ਪੈਣ, ਇੱਥੇ ਮੈਂ ਇੱਕ ਸਟਰਕਚਰ ਬਾਰੇ ਲਿਖਤਾ ਹੈਗਾ, ਉਹ ਜ਼ਰੂਰ ਬਣਾਓ। ਚੈਕਸ ਐਂਡ ਬੈਲੈਂਸਿਸ ਕ੍ਰੀਏਟ ਕਰਨ ਦੀ ਲੋੜ ਆ। If there is education system in Gurdwara, make sure it's separate from the committee. ਕਿਉਂਕਿ ਜਦ ਕਮੇਟੀ ਚੇਂਜ ਹੁੰਦੀ ਹੈ ਸਕੂਲ ਫਿਰ ਖਰਾਬ ਹੋ ਜਾਂਦਾ। ਕੋਈ ਵੀ ਤੁਸੀਂ ਕ੍ਰੀਏਟਿਵ ਕੰਮ ਕਰਨਾ ਜੇ ਗੁਰਦੁਆਰੇ ਵਿੱਚ, they should have separate managements. It's just one proposal, you can do other things, but the biggest thing is you must plan for it. ਕੋਈ ਸਾਡੇ ਗੁਰਦੁਆਰਿਆਂ ਵਿੱਚ ਇਸ ਵੇਲੇ ਕਨਫਲਿਕਟ ਰੈਜ਼ੋਲੂਸ਼ਨ ਦੀ ਸਭ ਤੋਂ ਜ਼ਿਆਦਾ ਲੋੜ ਆ। ਇਹਦੀ ਟ੍ਰੇਨਿੰਗਸ ਲੈਣੀਆਂ ਸ਼ੁਰੂ ਕਰ ਦਿਓ ਤਾਂ ਕਿ ਸਿਵਲ ਤਰੀਕੇ ਨਾਲ ਬਹਿ ਕੇ ਅਸੀਂ ਆਪਣੇ ਪ੍ਰੋਬਲਮ ਸੋਲਵ ਕਰ ਸਕੀਏ। ਜੇ ਕੋਰਟ ਵਿੱਚ ਵੀ ਜਾਓਗੇ ਨਾ, ਉੱਥੇ ਡਿਸੀਜਨ ਮੋਸਟਲੀ ਪਹਿਲਾਂ ਹੁੰਦਾ ਆਰਬਿਟ੍ਰੇਸ਼ਨ, ਫਿਰ ਤੁਸੀਂ ਪੈਸੇ ਦੇ ਕੇ ਵੀ ਕਰਵਾਓਗੇ। ਜੇ ਆਰਬਿਟ੍ਰੇਸ਼ਨ ਨਹੀਂ ਸਕਸੈਸਫੁਲ ਹੁੰਦੀ, ਦੈਨ ਯੂ ਫਾਈਟ ਅ ਕੇਸ, ਫਿਰ ਵੀ ਤੁਸੀਂ ਅਟਰਨੀ ਫੀਸ ਭਰੋਗੇ। ਉਸ ਵੇਲੇ ਅਸੀਂ ਕਹਿੰਦੇ ਯਾਰ ਵਧੀਆ ਲਾਇਰ ਲੈ ਕੇ ਆਓ, ਫਿਰ ਜਿੰਨੇ ਮਰਜ਼ੀ ਪੈਸੇ ਲਾ ਦਿੰਦੇ ਆ। ਸੋ ਵਾਈ ਨਾਟ ਲਰਨ ਹਾਊ ਟੂ ਟਾਕ? ਟੇਬਲ ਤੇ ਬਹਿ ਕੇ, ਈਵਨ ਵੈਨ ਦੇਰ ਇਜ਼ ਅ ਆਰਮਡ ਸਟਰਗਲ, ਜਸਟ
ਯੂ نو ਵਾਟ ਇਜ਼ ਦ ਪੁਆਇੰਟ ਆਫ ਆਰਮ ਸਟਰਗਲ ਕਿ ਉਸ ਤੋਂ ਬਾਅਦ ਉਹਨਾਂ ਦੀ ਡਿਮਾਂਡ ਇਹ ਹੁੰਦੀ ਹੈ ਕਿ ਟ੍ਰੀਟ ਅਸ ਐਜ਼ ਇਕੁਅਲ ਪਾਰਟਨਰਸ ਔਨ ਦ ਡਰਾਇੰਗ ਬੋਰਡ। ਸੋ ਲਰਨ ਟੂ ਟਾਕ। ਤੇ ਗੁਰਬਾਣੀ ਦੇ ਲਫ਼ਜ਼ਾਂ ਵਿੱਚ ਮੈਂ ਕਹਾਂ ਸਿੱਧੇ ਤਰੀਕੇ ਨਾਲ, ਤੇ ਉੱਥੇ ਲਿਖਿਆ ਕਿ ਸਭ ਤੋਂ ਵੱਡਾ ਮੂਰਖ ਉਹ ਆ ਜਿਹਨੂੰ ਗੱਲ ਕਰਨੀ ਨਹੀਂ ਆਉਂਦੀ। ਸੋ ਵੀ ਕੈਨ ਇਵੈਲੂਏਟ ਆਰਸੈਲਵਸ ਨਾਓ। ਜੇ ਕੋ ਆਖਿਆ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾ ਰਾ ਗਾਵਾ। The utmost stupidity is in that person, in the way he or she talks. They create a ruckus. So we all need that training. ये training सानू किते नहीं मिल रही। मैं अपनी वाइफ नाल किवें गल करां, मैं अपने कम्युनिटी मैंबर्स नाल किवें गल करां, मैं अपने बच्चों नाल किवें गल करां। ये ट्रेनिंग बहुत जरूरी चाहिए according to Guru Nanak Sahib. If you don't like this, have issues with him, not me. He's saying we need to learn how to talk. So I humbly submit कि गुरुद्वारे में ये ट्रेनिंग जरूर ले लो। जिन्हों ने सेवा करनी उन्होंने तो बहुत जरूरी है, because you know when you do public stuff then public throws things at you. Well, you need to learn to deal with it. If you think you know better, then you should know how to deal with it also. ठीक है, गुस्सा वगैरह चढ़ूगा, you need to have people in your committee who know how to figure out how to get things done. ਜੇ ਕਿਸੇ ਵੇਲੇ ਇੱਕ ਨੂੰ ਆ ਗਿਆ ਤੇ ਸਾਰਿਆਂ ਨੂੰ ਨਾ ਚੜ ਜਾਵੇ ਗੁੱਸਾ, ਬਾਕੀ ਚਾਰ ਦੀ ਫਿਰ ਜੌਬ ਹੈ ਕਿ ਉਹਨੂੰ ਠੀਕ ਰੱਖੋ। ਕਿਉਂ ਦਿਮਾਗ ਖਰਾਬ ਹੋਣ ਨੂੰ 1 ਸੈਕਿੰਡ ਲੱਗਦਾ, ਤੇ ਕਿਸੇ ਦਾ ਵੀ ਕਿਸੇ ਵੇਲੇ ਹੋ ਸਕਦਾ। ਇਹ ਵੀ ਗੁਰਬਾਣੀ ਚ ਆਇਆ ਕਿ ਧਰਤੀ ਤੇ ਆਕਾਸ਼ ਚੜਾਵੇ, ਤੇ ਜਿਹੜਾ ਬੰਦਾ ਇੱਕ ਸੁਲਤਾਨ ਆ ਉਹਨੂੰ 1 ਮਿੰਟ ਵਿੱਚ ਗਾਰਡਨਰ ਬਣਾ ਸਕਦਾ। I'm not coming up with some genius ideas, it's all interpretation from ਗੁਰਬਾਣੀ। ਸਾਡੀ ਪ੍ਰੇ ਹੀ ਇਸ ਕਰਕੇ ਹੁੰਦੀ ਹੈ ਕਿ ਸਾਡਾ ਦਿਮਾਗ ਠੀਕ ਰਵੇ। ਮਨ ਦੇ ਸ਼ਬਦ ਇਸ ਕਰਕੇ ਇੰਨੇ ਨੇ। So make sure there are checks and balances, ਤਾਂ inspiration ਆਊਗੀ। And eventually ਜਿਹੜੀ vision ਹੈਗੀ ਸਿੱਖੀ ਦੀ, I'm just coming out of this, make sure there are programs for women, for youth, and also not just for general public. I mean, you guys can design this, we'll move on from here. ਇਹ ਤੁਹਾਡੀ ਲੋੜਾਂ ਦੇ ਮੁਤਾਬਿਕ ਕੰਮ ਹੋਣੇ ਚਾਹੀਦੇ ਨੇ। ਜਿਹੜੀ ਵੀ ਕਮਿਊਨਿਟੀ ਦੀ ਲੋੜ ਆ ਉਹ ਉੱਥੇ ਪੂਰੀ ਹੋਣੀ ਚਾਹੀਦੀ ਹੈ। We were the community, we did not believe in handout tradition. But ਅੱਜ ਕੱਲ੍ਹ ਮੈਂ ਦੇਖ ਰਿਹਾ ਪਿਛਲੇ 25-30 ਸਾਲਾਂ ਅਸੀਂ ਵੀ as recent immigrants ਹੀ ਆਏ ਸੀਗੇ with $300 in their pockets. But in our family, we never thought of, and I'm sure several of you are in that boat, कि ਅਸੀਂ ਕਦੇ state ਤੋਂ handout ਲੈਣਾ। But I see this as a common thing now in our community. ਕਿਤੇ values ਗਾਇਬ ਹੋ ਗਈਆਂ ਨੇ। ਉਹ ਦਸਾਂ ਨੌਹਾਂ ਦੀ ਕਿਰਤ ਦੀ ਗੱਲ ਹੀ ਨਹੀਂ ਹੋ ਰਹੀ। We were in the words of ਭੱਟ ਜਾਲਮ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਪ੍ਰਥਾਏ ਉਹਨਾਂ ਨੇ ਲਿਖਿਆ ਸ਼ਬਦ, ਕਹਿੰਦਾ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਵਿੱਚ ਬਿਲੀਵ ਕਰਦਾ ਤੇ ਨਰ, ਲਾਈਨ ਇਦਾਂ ਸ਼ੁਰੂ ਹੁੰਦੀ ਆ, ਕਹਿੰਦਾ ਉਹ ਗਿਫਟਸ ਲੈਂਦਾ ਨਹੀਂ, ਉਹ ਗਿਫਟਸ ਦਿੰਦਾ। ਬਹੁਤ ਵੱਡੀ ਗੱਲ ਹੈ ਕਿ ਮਤਲਬ ਇੰਨੀ ਤ੍ਰਿਪਤੀ ਹੈ ਉਹਦੇ ਕੋਲ। We need to go that direction very quickly. And you know our tradition is ਕਿ ਸਾਡੇ ਬੰਦੇ ਜਦ ਜੇਲ੍ਹ 'ਚ ਵੀ ਬੈਠੇ ਨੇ, ਜਦੋਂ ਉਹਨਾਂ ਦੇ ਕੋਲ ਅੱਧਾ ਪ੍ਰਸ਼ਾਦਾ ਹੈਗਾ, and this is history only 100 years ago, even with ਅੱਧਾ ਪ੍ਰਸ਼ਾਦਾ they first used to announce ਕਿ ਲੰਗਰ ਹਾਜ਼ਰ ਹੈ, ਜਿਹਨੇ ਛਕਣਾ ਆ ਜਾਵੇ। That's amazing stuff. That attitude has changed. So the programs you need to pay focus on those things. Obviously, ਉਹ program ਕਰੋ ਜਿਹੜੀ ਲੋੜ ਹੈਗੀ। ਜੇ ਗੁਰਦੁਆਰੇ ਵਿੱਚ ਨਹੀਂ ਲੋੜ ਕਿ 4 ਘੰਟੇ ਦਾ ਦੀਵਾਨ ਹੋਵੇ, I'm just giving as an example, ਤੇ ਕਿਉਂ ਕਰ ਰਹੇ ਹੋ ਜ਼ਬਰਦਸਤੀ? Maybe ਉਹ ਘੰਟੇ ਦਾ ਹੋਵੇ, ਕੁਝ ਹੋਰ ਕਰੋ। And that's the history of the Gurus. I keep coming back to it. ਉਹ ਕਵੀ ਦਰਬਾਰ ਕਰਦੇ ਸੀ। ਗੁਰੂ ਗੋਬਿੰਦ ਪਾਤਸ਼ਾਹ ਦਾ ਉਹ ਐਂਗਲ ਕਿਉਂ ਨਹੀਂ ਦੇਖ ਰਹੇ? 52 ਕਵੀ ਕੀ ਕਰਦੇ ਸੀਗੇ? And they used to take them to inspirational places. ਪੌਂਟਾ ਸਾਹਿਬ, ਅੱਜ ਕੱਲ੍ਹ ਉਹ ਵੀ ਖਰਾਬ ਕਰਤਾ ਸੀ। ਵਿਭੋੜ ਸਾਹਿਬ, if you have never been there, it's about 20 kilometers from Anandpur Sahib. Beautiful place. He would take them there. He's like, let's do some poetry. So maybe Gurdwara needs to think about these things as well. Remember, place of inspiration, not a bad reverend style missionary work. It's not a good tradition. We don't stand here to preach. We stand here to create programs. We should be. ਜਿੱਥੇ ਲੋਕਾਂ ਨੂੰ inspiration ਮਿਲੇ, ਉਸ inspiration ਦਾ ਇੱਕੋ ਇੱਕ vision ਹੈ, and that's the last slide, which basically is, can you just pass this one? ਇਹ vision ਸੀਗੀ ਗੁਰੂ ਨਾਨਕ ਸਾਹਿਬ ਦੀ, ਜਿਹੜੀ ਭਾਈ ਗੁਰਦਾਸ ਨੇ ਲਿਖੀ ਹੋਈ ਹੈ ਕਿ ਹਰ ਘਰ ਜਿਹੜਾ ਹੈਗਾ ਉਹ ਗੁਰਦੁਆਰਾ ਬਣ ਜਾਵੇ, ਹਰ ਘਰ ਦੇ ਵਿੱਚ inspiration ਹੋਵੇਗੀ। And I submit to you ਕਿ ਸਾਡੇ ਘਰਾਂ ਵਿੱਚ inspiration ਹੈ ਨਹੀਂ,
ਇਸ ਕਰਕੇ ਜਿਹੜੀ ਉਹ ਟ੍ਰਾਂਜੈਕਸ਼ਨ ਜਿਹੜੀ ਹੈ ਸਾਨੂੰ ਦਬਾਈ ਜਾ ਰਹੀ ਹੈ ਘਰਾਂ ਦੇ ਵਿੱਚ। ਜ਼ਿੰਮੇਵਾਰੀਆਂ ਆਪਾਂ ਜਿਹਨੂੰ ਕਹਿੰਦੇ ਆ ਫਿਰ ਕਬੀਲਦਾਰੀ ਜੀ ਬਹੁਤ ਵੱਧ ਗਈ, ਹੁਣ ਕੀ ਕਰੀਏ, ਐਦਾਂ ਗੱਲਾਂ ਕਰਦੇ ਆ ਫਿਰ ਅਸੀਂ, ਕਿਉਂਕਿ ਇੰਸਪੀਰੇਸ਼ਨ ਹੈ ਨਹੀਂ। ਜਿਹੜੀ ਗੱਲ ਸ਼ਬਦਾਂ ਵਿੱਚ ਆਈ ਸੀ ਨਾ ਕਿ ਉਹ ਖਿਲਾਉਣੇ ਵਾਲਾ ਕੰਮ ਬੰਦ ਕਰ ਦਈਏ। Who are you kidding? That's what we will say today, right? Yes, ਬਾਬਾ ਫਰੀਦ ਜੀ ਨੂੰ ਇੰਸਪੀਰੇਸ਼ਨ ਸ਼ੱਕਰ ਤੋਂ ਹੀ ਲੱਗੀ ਸੀ, ਬਟ ਪੂਰੀ ਉਮਰ ਸ਼ੱਕਰ ਹੀ ਨਹੀਂ ਖਵਾਈ ਸੀ। ਕਿਸੇ ਲੈਵਲ ਤੇ ਉਹ ਟ੍ਰਾਂਜੈਕਸ਼ਨ ਚੇਂਜ ਹੋ ਗਈ, ਟ੍ਰਾਂਸੈਂਡੈਂਸ ਹੋ ਗਈ। ਅਸੀਂ ਵੀ ਕਿਤੇ ਹੀ ਤਾਂ ਨਹੀਂ ਕਰ ਰਹੇ ਕਿ ਇੱਕੋ ਪ੍ਰੋਗਰਾਮ ਬਣਾ ਲਿਆ ਉਹੀ ਚੱਲੀ ਜਾਵੇ ਬਸ ਹਰ ਵੇਲੇ। That's called a bad school. So what I've tried to share with you so far is ਕਿ ਗੁਰਦੁਆਰੇ ਦੀ ਇੱਕ ਖਾਸ ਇੰਸਪੀਰੇਸ਼ਨ ਹੈ, ਉਹਦਾ ਇੱਕ ਖਾਸ ਮਕਸਦ ਹੈ, ਲਾਈਫ ਦੇ ਇਨਸਾਈਟਸ ਨੂੰ ਪੂਰਾ ਕਰਨਾ। ਜਿਹੜਾ ਵੀ ਜੋ ਕੁਝ ਲੈਣ ਆ ਰਿਹਾ, ਅਕਾਲ ਤਖਤ ਤੇ ਸਾਡੇ ਕੀ ਲੈਣ ਆਉਂਦੇ ਸੀ, ਗੈਰ ਸਿੱਖ ਵੀ ਆਉਂਦੇ ਸੀਗੇ, ਜਿਹੜੀਆਂ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਦੀਆਂ ਗੱਲਾਂ ਕਰ ਲਓ, ਕੀ ਮੰਗਣ ਆਉਂਦੇ ਸੀ ਕਿ ਸਾਡੀਆਂ ਜਨਾਨੀਆਂ ਨੂੰ ਫੜ ਕੇ ਲਿਜਾ ਰਹੇ ਆ। ਤੇ ਉਸ ਵੇਲੇ ਉਹ ਦੋ ਵਾਰੀ ਸੋਚਦੇ ਸੀ ਕਿ ਯਾਰ ਇਹਦਾ ਫਾਇਦਾ ਕਿ ਨਹੀਂ, ਤੇ ਕਹਿੰਦੇ well we must go. So this is the stuff which is winning. If today somebody comes to Gurdwara today for help, what do? Even when we know it sometimes, and you have enough examples of your area, and every area has those examples, how do we respond? In fact, I will end with this कि गुरुद्वारे ਦੇ ਵਿੱਚ ਜੇ ਇਸ ਲੈਵਲ ਦੀ ਲਵ ਰਿਲੇਸ਼ਨਸ਼ਿਪ ਨਹੀਂ ਪੈਦਾ ਹੋ ਰਹੀ, ਫਿਰ ਇਹ ਗੁਰਦੁਆਰਾ ਨਹੀਂ ਆ, ਫਿਰ ਇਹ ਠਾਕਰ ਦੁਆਰਾ। ਠਾਕੁਰ ਦੁਆਰਾ ਕੀ ਹੁੰਦਾ ਸੀਗਾ, ਇੱਕ ਦੇਵੀ ਦੇ ਅੱਗੇ ਜਾ ਕੇ ਚੜਾਵਾ ਚੜਾਓ ਤੇ ਉਹਦਾ ਪ੍ਰਸ਼ਾਦ ਖਵਾਓ, ਫਿਰ ਆਪ ਛਕੋ ਤੇ ਘਰ ਆ ਜਾਓ। ਦੈਟਸ ਅ ਠਾਕੁਰ ਦੁਆਰਾ। ਗੁਰਦੁਆਰੇ ਕੀ ਹੁੰਦਾ ਸੀਗਾ, ਇਨਫੈਕਟ ਇਹ ਵੀ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਪ੍ਰਸ਼ਾਦ ਜ਼ਰੂਰ ਹੁੰਦਾ ਸੀ ਇੱਥੇ, ਲੰਗਰ ਕਦੇ ਨਹੀਂ ਆਉਂਦਾ ਹੁੰਦਾ ਸੀ। ਲੰਗਰ ਵਾਸ ਸਪੋਜ਼ਡ ਟੂ ਬੀ ਐਵਰ ਕੰਟੀਨਿਊਅਸ। ਹੁਣ ਅਸੀਂ ਪ੍ਰਥਾਵਾਂ ਵੀ ਚੇਂਜ ਕਰ ਰਹੇ ਹਾਂ। ਗੁਰਦੁਆਰੇ ਦਾ ਬੰਦਾ ਜੋ ਲੈਣ ਆਉਂਦਾ ਸੀ ਤੇ ਸਿੱਖ ਆਪਣਾ ਪੂਰਾ ਜ਼ੋਰ ਲਾ ਦਿੰਦੇ ਸੀ ਕਿ ਉਹਨੂੰ ਦੇ ਦਈਏ, ਜਿਹੜਾ ਮਰਜ਼ੀ ਹੋਵੇ ਉਹ ਸਿੱਖ ਆ ਨਹੀਂ ਆ, ਇਹ ਕਦੇ ਕ੍ਰਾਈਟੀਰੀਆ ਹੀ ਨਹੀਂ ਸੀ। ਸੋ ਵੀ ਨੀਡ ਟੂ ਗੋ ਬੈਕ ਟੂ ਦੈਟ ਟ੍ਰੈਡੀਸ਼ਨ, ਦ ਟ੍ਰੈਡੀਸ਼ਨ which believed in service of the highest kind, seva karat hot nihkami, without expectation of reward wala। ਇਹ ਇੰਸਪੀਰੇਸ਼ਨਲ ਸੈਂਟਰ ਜੇ ਅਸੀਂ ਕੋਸ਼ਿਸ਼ ਵੀ ਕਰਾਂਗੇ ਨਾ ਬਣਾਉਣ ਦੀ, ਇਹਦੇ ਚ ਸਾਨੂੰ ਬਹੁਤ ਕੁਝ ਮਿਲੂਗਾ। ਅਸੀਂ ਕਰ ਰਹੇ ਹਾਂ ਕੋਸ਼ਿਸ਼ਾਂ, ਸਾਰੇ ਕਰ ਰਹੇ ਹਾਂ, ਹਰੇਕ ਕਮਿਊਨਿਟੀ ਕਰ ਰਹੀ ਹੈ, ਬਟ ਆਈ ਵੁੱਡ ਸੇ ਕਿ ਉਹ ਥੋੜੀ ਜਿਹੀ ਇੰਸਪੀਰੇਸ਼ਨ ਗੁਰੂ ਗ੍ਰੰਥ ਸਾਹਿਬ ਚੋਂ ਵੀ ਲਓ, ਸਿਰਫ ਆਪਣੀ ਇਹ ਚੀਜ਼ਾਂ ਨਾ ਦੇਖੋ। ਡੋਂਟ ਜਸਟ ਲੁੱਕ ਐਟ your need or your family's need. This is really the Nishan Sahib means the Guru's mission. And the Guru's mission is very, very clear. Inspiration ਭਰ ਦਿਓ, ਸਰਵਿਸ ਇਹੋ ਜਿਹੀ ਦੇਵੋ ਅਨਪੈਰਲਡ ਹੋਵੇ। ਇਹਨਾਂ ਚੀਜ਼ਾਂ ਵਿੱਚੋਂ ਸਾਡੀ ਜਨਰੇਸ਼ਨ ਵੀ ਇੰਸਪਾਇਰ ਹੋ, ਤੁਹਾਡੀ ਵੀ ਜਨਰੇਸ਼ਨ ਇੰਸਪਾਇਰ ਹੋ, ਨਵੀਂ ਪਨੀਰੀ ਵੀ ਇੰਸਪਾਇਰ ਹੋ, and they will create great music and they will become a great sportsman also or woman. ਅਸੀਂ ਕਿਉਂ ਨਹੀਂ ਇਹ ਬਣਾ ਰਹੇ? ਅਸੀਂ ਇੰਨਾ ਜ਼ੋਰ ਲਾ ਦਿੰਦੇ ਆ PR ਕਰਨ ਨੂੰ ਸਿੱਖਾਂ ਦੀ। If there was somebody at Lincoln Center doing a concert or Radio City Music Hall, or somebody playing for Knicks or whoever your favorite team is, you don't need much PR, I'll tell you that. But ਅਸੀਂ inspire ਹੀ ਨਹੀਂ ਕਰ ਰਹੇ ਉਹ ਚੀਜ਼ਾਂ ਵੀ। Let's start doing that. ਗੁਰਦੁਆਰੇ ਦੇ ਵਿੱਚ do's and don'ts ਦੀਆਂ ਗੱਲਾਂ ਘਟਾ ਦਿਓ। ਉਹ ਉਹਨਾਂ ਲਈ ਹੁੰਦੀਆਂ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਉਹਨਾਂ ਨੂੰ ਜ਼ਰੂਰ ਦਬਲੋ, ਕਿਉਂਕਿ ਜੇ ਉਹ ਕੁਝ ਗਲਤ ਕਰਦੇ ਨੇ ਉਹਨਾਂ ਨੂੰ ਸਜ਼ਾ ਵੀ ਲਾਉਣੀ ਚਾਹੀਦੀ ਹੈ। ਜਿਹੜਾ ਆਮ ਬੰਦਾ ਇੰਸਪੀਰੇਸ਼ਨ ਲੈਣ ਆ ਰਿਹਾ ਉਹਨੂੰ ਦਿਓ, ਜੇ ਇੰਸਪੀਰੇਸ਼ਨ ਨਹੀਂ ਦੇ ਸਕਦੇ ਚੁੱਪ ਰਹੋ, ਬਟ ਡੋਂਟ ਬਿਕਮ ਅ ਸੌਫਟ ਤਾਲੀਬਾਨ। ਇਹ ਸਾਡੇ ਗੁਰਦੁਆਰੇ 'ਚ ਕਦੇ ਨਹੀਂ ਹੁੰਦਾ ਸੀ। ਅਸੀਂ ਲਾਈਫ ਇੰਸਪਾਇਰ ਕਰਨੀ ਆ, ਉਸ ਇੰਸਪੀਰੇਸ਼ਨ ਵਿੱਚੋਂ ਲੋਕਾਂ ਨੂੰ ਜਗਾਉਣਾ, ਤੇ ਜਗਿਆ ਹੋਇਆ ਬੰਦਾ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ। ਦਿਸ ਵਾਜ਼ ਦ ਲਵ ਰਿਲੇਸ਼ਨਸ਼ਿਪ ਵਿਦ ਦ ਗੁਰੂ ਆਫ ਦ ਸਿੱਖਸ। ਇਹ ਲਵ ਰਿਲੇਸ਼ਨਸ਼ਿਪ ਵੱਲ ਅਸੀਂ ਜਾਈਏ, ਐਂਡ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਵਿੱਚ ਇਹ ਲਵ ਰਿਲੇਸ਼ਨਸ਼ਿਪ ਜਿਹੜੇ ਸਿੱਖ ਵਿੱਚ ਆ ਜਾਂਦੀ ਆ, ਉਹਨੂੰ ਕੀਮਤ ਪਤਾ ਲੱਗਦੀ ਆ ਕਿ ਗੁਰੂ ਤੇ ਉਹਦੇ ਵਿਚਾਲੇ ਕੀ ਚੱਲ ਰਿਹਾ। ਸੋ ਲੈਟਸ ਆਲਸੋ ਸੁਪਨਿਆਂ ਵਿੱਚ ਵੀ ਤੇ ਜਾਗਦੇ ਹੋਏ ਵੀ ਇਹ ਇੰਸਪੀਰੇਸ਼ਨ ਗੁਰੂ ਤੋਂ ਲੈਣ ਦੀ ਕੋਸ਼ਿਸ਼ ਕਰੀਏ। ਇਹਨਾਂ ਸ਼ਬਦਾਂ ਨਾਲ ਦਾਸ ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ